जय गुरुदेव जय भीम। मैं राम चाहल प्रोग्राम लैके आया थोड़े लिए पक्ष के मसले हर वीरवार की तरह। सूझवान कांची टीवी के दर्शकों ते प्यारे प्यारे श्रोतिओ, हो सकता साडा ये जिहड़ा अज दा प्रोग्राम आ जां साडे तो पहला जिहड़ा प्रोग्राम सी किसी होर दिन ते लेके जाइए, क्योंकि मैनेजमेंट महसूस करती है कि दो प्रोग्राम एक तरह के आ, सो इस करके शायद कोई दिन बदलिया जाएगा तो उस बारे भी असीं तुहानूं छेती दस देंगे। जेकर दस्से बिना बदलिया गया तो कोई क्लिप जरूर ला दिते जाएंगे, दस दिता जाएगा, क्योंकि दो तरह का इक्को बारी प्रोग्राम करना और दर्शकों के लिए देखना भी वाजिब नहीं होंदा। सो सब तो पहला जय गुरुदेव जय भीम। मेरे नाल ने अज पहला की तरह भगवंत जी जय गुरुदेव जय भीम। अज असीं बड़े सूझवान व्यक्ति नूं लिआंदा, जिहड़े साडे तो पहला सी वो भी बहुत सूझवान सी, लेकिन किसी कारण वो आ नहीं सके। उन्होंने अपने साथी नूं भेजिया और हिस्टोरीअन ने, उन्होंने हिस्टरी दे विच बड़ी पकड़ है, हिस्टरी बारे उन्होंने बहुत कुछ पता है। सो असी लाहा लिया कांची टीवी ने, सोचा कि उन्होंने जो उन्होंने कोल नॉलेज है, उन्होंने जो कानून बारे पता वो उस बारे असी गल करांगे। सब तो पहला असी तुहानूं रूबरू कराइए साडे राजपाल जी। राजपाल जी जय गुरुदेव जय भीम जी। प्यारे दर्शकों, सब तो पहला चलते हैं राजपाल वाला। राजपाल जी, किसानी मसला इस वेले पखिया होया और उस बारे असी जब दा प्रोग्राम शुरू किया तकरीबन उस बारे गल्लां हो रही, हालांकि होर बहुत करन वालियां सी, लेकिन साडा सारिਆਂ ਦਾ फर्ज बनता, क्योंकि एक तो असी भारती हाँ, दूसरे असी किसान नूं जिहड़ा आ ਉਹ ਅਸੀਂ ਕਾਸਟ ਨੂੰ ਲੈ ਕੇ ਜਾਂ ਅਸੀਂ ਕਿਸੇ ਧਰਮ ਨੂੰ ਲੈ ਕੇ ਨਹੀਂ ਗੱਲ ਕਰਦੇ। ਅਸੀਂ ਕਿਸਾਨ ਜਿਹੜਾ ਕੋਈ ਵੀ ਹੋ ਸਕਦਾ, ਉਹਦਾ ਧਰਮ ਕੋਈ ਹੋ ਸਕਦਾ, ਉਹਦੀ ਜਾਤ ਕੋਈ ਵੀ ਹੋ ਸਕਦੀ ਹੈ, ਲੇਕਿਨ ਖਾਸ ਤੌਰ ਤੇ ਜਿਹੜਾ ਪੰਜਾਬ ਤੇ ਹਰਿਆਣਾ ਇਹਦੇ ਵਿੱਚ ਜ਼ਿਆਦਾ ਭੂਮਿਕਾ ਨਿਭਾ ਰਿਹਾ। ਤਾਂ ਅਸੀਂ ਪੰਜਾਬੀ ਹਾਂ, ਪੰਜਾਬੀ ਹੋਣ ਦੇ ਨਾਤੇ ਅਸੀਂ ਆਪਣੇ ਭਰਾਵਾਂ ਦੀ, ਸਾਰੇ ਭਾਰਤੀਆਂ ਦੀ ਹੈਲਪ ਕਰਨੀ ਚਾਹੁੰਦੇ ਹਾਂ, ਜਾਂ ਜਿੱਥੇ ਜਿੰਨਾ ਵੀ ਅਸੀਂ ਬੋਲ ਸਕਦੇ ਹੋਈਏ, ਕੁਝ ਕਹਿ ਸਕਦੇ ਹੋਈਏ, ਅਸੀਂ ਆਪਣਾ ਪੱਖ ਰੱਖਦੇ ਹਾਂ ਔਰ ਅਸੀਂ ਅਵੇਅਰ ਵੀ ਕਰਦੇ ਹਾਂ। ਅਸੀਂ ਸਿੱਧਾ ਤੋਂ ਸਿੱਧਾ ਇਸ ਤਰ੍ਹਾਂ ਨਹੀਂ ਬੋਲਦੇ, ਦੇਖੋ ਜੀ ਉੱਥੇ ਕਿਸਾਨਾਂ ਨਾਲ ਹੋ ਰਿਹਾ ਉੱਥੇ ਯਾਰ, ਅਸੀਂ ਅਵੇਅਰ ਹੋਣ ਦੀ ਕੋਸ਼ਿਸ਼ ਵੀ ਕਰਦੇ, ਅਸੀਂ ਬਚਣ ਦੀ ਵੀ ਟਰਾਈ ਕਰਦੇ ਹਾਂ। ਬਈ ਜਿਵੇਂ ਅਸੀਂ ਪਹਿਲਾਂ ਦੀਪ ਸਿੱਧੂ ਦਾ ਕਿਹਾ ਸੀਗਾ ਵੀ ਸ਼ੁਰੂ ਤੋਂ ਹੀ ਵੀ ਦੀਪ ਸਿੱਧੂ ਸਾਨੂੰ ਇੱਕ ਪਾਸੇ ਨੂੰ ਲਿਜਾਂਦਾ ਹੋਇਆ ਦਿਸ ਰਿਹਾ ਔਰ ਸੱਚਮੁੱਚ ਹੀ ਉਹ ਇੱਕ ਪਾਸੇ ਨੂੰ ਖਿੱਚ ਕੇ ਲੈ ਗਿਆ, ਲੇਕਿਨ ਉਹਦੇ ਬਾਵਜੂਦ ਵੀ ਜਿਹੜਾ ਨਵਾਂ ਦੁਬਾਰਾ ਗਾਜੀਪੁਰ ਦੇ ਬਾਰਡਰ ਦੀਆਂ ਗੱਲਾਂ ਆਈਆਂ, ਅੱਜ ਉਹਦੇ ਵਿਚਲਾ ਸੱਚ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਹਾਂਜੀ, ਜਿਹੜੇ ਕਾਨੂੰਨਾਂ ਬਾਰੇ ਤੁਹਾਨੂੰ, ਜਿਹੜੇ 3 ਕਾਨੂੰਨ ਆ ਉਹਨਾਂ ਬਾਰੇ ਦਰਸ਼ਕਾਂ ਨੂੰ ਦੱਸੋ ਵੀ ਤੁਹਾਨੂੰ ਕੀ ਲੱਗਦਾ, ਉਹ ਸਹੀ ਆ ਜਾਂ ਗਲਤ ਆ ਜਾਂ ਕਿਵੇਂ ਚੱਲਦੇ ਆ? ਦੇਖੋ ਜੀ, ਇੱਕ ਸੱਚਾਈ ਇਹ ਹੈ ਕਿ ਜਿਹੜੀ ਰਿਫਾਰਮ ਹੈ ਐਗਰੀਕਲਚਰ ਦਾ, ਤੁਸੀਂ ਜੀ ਜਿਹੜਾ ਰਿਫਾਰਮ ਹੈ ਐਗਰੀਕਲਚਰ ਦਾ ਜੀ, ਜਿਹੜੀਆਂ ਉਹ 'ਚ ਚੇਂਜਸ ਚਾਹੀਦੀਆਂ ਹੈਗੀਆਂ ਜੀ, ਉਹ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਨਾਰਥਰਨ ਰਾਜਸਥਾਨ, ਇਹ ਰੀਜਨ ਦੇ ਵਿੱਚ ਪਰਟੀਕੂਲਰਲੀ ਪੰਜਾਬ ਹਰਿਆਣੇ ਦੇ ਵਿੱਚ ਉਹ ਰਿਫਾਰਮ ਜ਼ਰੂਰੀ ਹੈਗੇ ਆ ਜੀ। ਕਿਉਂ ਜ਼ਰੂਰੀ ਹੈ ਕਿ 1960 ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਜੀ, ਇਹ ਜਿਹੜਾ ਹਲਕਾ ਹੈਗਾ ਪੰਜਾਬ ਹਰਿਆਣੇ ਦਾ ਪਰਟੀਕੂਲਰਲੀ ਜੀ, ਇਹਦੇ ਵਿੱਚ ਜਿਹੜੀ ਨਵੀਂ ਸਟ੍ਰੇਨਸ ਲਾਈਆਂ ਗਈਆਂ ਕਣਕ ਦੀਆਂ, ਫਿਰ ਚੌਲ ਲਿਆਏ ਗਏ ਉੱਥੇ। ਮੈਨੂੰ ਬਚਪਨ ਤੋਂ ਯਾਦ ਆ, ਪਹਿਲਾਂ ਚੌਲ ਕੋਈ ਵੀ ਨਹੀਂ ਸੀ ਖਾਂਦਾ ਹੁੰਦਾ, ਚੌਲ ਉੱਥੇ ਲਾਏ ਗਏ। ਅੱਛਾ, ਇਹਦੇ ਨਾਲ ਜਿਹੜੀ ਮੁਲਕ ਦੀ ਜਿਹੜੀ ਭੁੱਖਮਾਰ ਸੀ ਨਾ ਜੀ, ਉਹ ਲਗਭਗ ਥੋੜ੍ਹੇ ਟਾਈਮ ਦੇ ਵਿੱਚ ਨਾ ਉਹ ਖਤਮ ਹੋ ਗਈ। ਰਾਜਪਾਲ ਜੀ ਤੁਸੀਂ ਕੈਮਰਾ ਫੇਸ ਕਰੋ ਪਲੀਜ਼। ਉਹ ਨਾ ਥੋੜ੍ਹੇ ਚਿਰ ਦੇ ਬਾਅਦ ਖਤਮ ਹੋ ਗਈ ਜੀ। ਅੱਛਾ, ਤੇ ਜਿਹਨੂੰ ਕਹਿੰਦੇ ਫੂਡ ਸਿਕਿਉਰਿਟੀ, ਉਹ ਖਤਮ ਹੋ ਗਈ ਜੀ। ਜਿਹੜੇ ਅੱਜ ਦੇ ਹਾਲਾਤ ਨੇ ਉਹ ਇਹ ਨੇ ਕਿ ਪਰਟੀਕੂਲਰਲੀ ਜਿਹੜੀ ਚੌਲਾਂ ਦੀ ਉੱਥੇ ਪੈਦਾਇਸ਼ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ, ਉਹ ਬੜੀ ਵਾਟਰ ਇੰਟੈਂਸਿਵ ਹੈਗੀ ਹੈ, ਠੀਕ ਹੈ। ਜਿਹੜੀ ਡਿਪੈਂਡੈਂਸੀ ਹੈ, ਜਿਹੜੇ ਮਿਨੀਮਮ ਸਪੋਰਟ ਪ੍ਰਾਈਸ ਹੈ, ਉਹ ਤੁਹਾਨੂੰ ਜਦੋਂ ਮਿਲਦਾ ਵੀ ਹੈ ਨਾ, ਕਿ ਰਿਐਲਿਟੀ ਦੇ ਵਿੱਚ, ਸੱਚਾਈ ਦੇ ਵਿੱਚ ਸਿਰਫ 2 ਚੀਜ਼ਾਂ ਲਈ ਮਿਲਦਾ, ਕਣਕ ਲਈ ਤੇ ਚੌਲਾਂ ਲਈ। ਹੋਰ ਕਿਸੇ ਚੀਜ਼ ਲਈ ਜੇ ਮਿਲ ਗਿਆ ਤਾਂ ਮਿਲ ਗਿਆ, ਜੇ ਨਹੀਂ ਮਿਲਿਆ ਤਾਂ ਨਾ ਮਿਲਿਆ। ਸੋ ਲੋਕਾਂ ਦੇ ਵਿੱਚ ਨਾ, ਕਿਸਾਨਾਂ ਦੇ ਵਿੱਚ ਇਹ ਬੜੀ ਇਨਸਿਕਿਉਰਿਟੀ ਹੈ। ਸੋ ਇਹ ਰਿਫਾਰਮ ਚਾਹੀਦਾ, ਲੇਕਿਨ ਇਹ ਰਿਫਾਰਮ ਦਾ ਮਤਲਬ ਇਹ ਨਹੀਂ ਹੈ ਕਿ ਜੋ ਤੁਹਾਡੇ ਕੋਲ ਅੱਜ ਹੈਗਾ ਉਹਨੂੰ ਤੁਸੀਂ ਬਿਲਕੁਲ ਰਾਤੋਂ ਰਾਤ ਬਰਬਾਦ ਕਰ ਦੇਵੋ। ਲੋਕਾਂ ਦੇ ਜੋ ਉਹਨਾਂ ਦੀ ਰੁਜ਼ਗਾਰ ਆ ਉਹ ਸਾਰਾ ਬਰਬਾਦ ਕਰੋ, ਉਹਨਾਂ ਦੀ ਕਮਿਊਨਿਟੀ ਬਰਬਾਦ ਕਰ ਦਿਓ। ਇਹ ਚਾਹੀਦਾ ਕਿ ਜੇ ਤੁਸੀਂ ਲੋਕਾਂ ਨੂੰ, ਕਿਸਾਨਾਂ ਨੂੰ ਹੋਰ ਕ੍ਰੌਪ ਮਤਲਬ ਕੁਛ ਹੋਰ ਪੈਦਾਇਸ਼ ਕਰਨਾ ਚਾਹੁੰਦੇ, ਜਿਸ ਤਰ੍ਹਾਂ ਸਬਜ਼ੀਆਂ ਦੀ ਹੋ ਗਈ, ਜਿਸ ਤਰ੍ਹਾਂ ਫਰੂਟ ਦੀ ਹੋ ਗਈ, ਠੀਕ ਹੈ ਨਾ, ਉਹ ਤੁਸੀਂ ਹੌਲੀ ਹੌਲੀ ਕਿਸਾਨਾਂ ਨੂੰ ਸਪੋਰਟ ਦੇਵੋ, ਜਿਸ ਤਰ੍ਹਾਂ ਯੂਰਪ 'ਚ ਹੁੰਦੀ ਹੈ, ਜਿਸ ਤਰ੍ਹਾਂ ਆਸਟ੍ਰੇਲੀਆ 'ਚ ਹੁੰਦੀ ਹੈ, ਜਿਸ ਤਰ੍ਹਾਂ ਕੈਨੇਡਾ 'ਚ ਹੁੰਦੀ ਹੈ, ਜਿਸ ਤਰ੍ਹਾਂ ਅਮਰੀਕਾ 'ਚ ਹੁੰਦੀ ਹੈ। ਹਰ ਇੱਕ ਮੁਲਕ, ਹਰ ਇੱਕ ਅਮੀਰ ਮੁਲਕ, ਹਰ ਇੱਕ ਵੈਸਟਰਨ ਮੁਲਕ ਆਪਣੇ ਕਿਸਾਨਾਂ ਨੂੰ ਸਪੋਰਟ ਦਿੰਦਾ ਫਾਈਨੈਂਸ਼ੀਅਲ ਤੌਰ 'ਤੇ। ਕੋਈ ਉਹਨਾਂ ਨੂੰ ਇੱਕ ਤਰ੍ਹਾਂ ਰਾਜਪਾਲ ਜੀ ਮਾਫ ਕਰਨਾ, ਪਿਆਰੇ ਦਰਸ਼ਕੋ, ਸਾਡਾ ਇਹ ਪ੍ਰੋਗਰਾਮ ਅਸੀਂ ਪਹਿਲੀ ਵਾਰੀ
ਲਾਈਵ ਜਿਹੜਾ ਆ YouTube ਤੋਂ ਕਰ ਰਹੇ ਹਾਂ। YouTube ਦੇ ਉੱਤੇ ਅਗਰ ਜੇ ਕੋਈ ਦੇਖਦੇ ਵੀ ਨੇ ਸਾਥੀ, ਬੇਨਤੀ ਆ ਸਾਡੀ, ਕਿਉਂਕਿ ਜਿੰਨਾ YouTube ਤੇ ਇਹ ਸ਼ੇਅਰ ਹੋਏਗਾ ਤਾਂ ਉਹਦੇ ਨਾਲ ਕਾਂਸ਼ੀ ਟੀਵੀ ਨੂੰ ਕੁਝ ਮਾਈਕ ਸਹਾਇਤਾ ਮਿਲੇਗੀ। ਔਰ ਆਪਣੇ ਸ਼ੇਅਰ ਕਰਦੇ ਰਹੋ, ਆਪਣੇ ਵਿਚਾਰ ਵੀ ਦਿੰਦੇ ਰਹੋ ਜੀ। ਰਾਜਪਾਲ ਜੀ, ਸੋ ਜੇ ਤੁਸੀਂ ਕਿਸਾਨਾਂ ਨੂੰ ਚਾਹੁੰਦੇ ਨੇ ਕਿ ਕਿਸਾਨ ਮਤਲਬ ਬਰੋਡਨ ਆਊਟ ਹੋਣ, ਕਿ ਹੋਰ ਤਰ੍ਹਾਂ ਦੇ ਮਤਲਬ ਫਰੂਟ ਜਾਂ ਸਬਜ਼ੀਆਂ ਜਾਂ ਦਾਲਾਂ, ਇੱਕ ਕਾਲ ਲੈ ਲਈਏ। ਜੈ ਗੁਰਦੇਵ ਜੈ ਭੀਮ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਤੁਹਾਨੂੰ ਜਿਹੜੇ ਗੱਬੇ ਭਾਜੀ ਬੈਠੇ ਆ, ਮੈਂ ਉਹਨਾਂ ਦੇ ਨਾਲ ਗੱਲ ਕਰਦੀ ਆ। ਮੈਂ ਚਾਹਲ ਸੁਣ ਰਹੇ ਹੋਣੇ ਆ ਤੁਹਾਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਜੀ ਪਿਛਲੀ ਵਾਰੀ ਪਈ ਹਨਾ, ਊਧਮ ਸਿੰਘ ਨੇ ਨਾ ਇੱਥੇ ਆ ਕੇ ਬਦਲਾ ਲਿਆ। ਫਿਰ ਤੁਸੀਂ ਉਹਨੂੰ ਇਹ ਕੁਐਸਚਨ ਕੀਤਾ ਸੀ ਪਹਿਲਾਂ ਬਈ ਜਿਹੜਾ ਜਲਿਆਂ ਵਾਲੇ ਬਾਗ 'ਚ ਜਿਹੜੇ ਉਹਨਾਂ ਨੂੰ ਡਾਇਰ ਨੂੰ ਉਹਨੇ ਨੇਂਦਾ ਦਿੱਤਾ ਸੀ, ਤੇ ਉਹ ਉੱਥੇ ਤਾਂ ਉਹਨਾਂ ਨੂੰ ਨੇਂਦਾ ਦੇ ਦਿੱਤਾ। ਉਹ ਉਸਲੇ ਵੀ ਉਹ ਇੱਥੇ ਆਉਣ ਦੀ ਐਨੀ ਲੋੜੇ ਨਾ ਪੈਂਦੀ ਜੇ ਉਹ ਨਹੀਂ ਉਸਲੇ ਉਹਨਾਂ ਨੂੰ ਨਕਾਰਿਆ ਹੁੰਦਾ ਨਾ। ਪਰ ਉਸ ਬੰਦੇ ਨੇ ਤੁਹਾਨੂੰ ਜਵਾਬ ਨਹੀਂ ਦਿੱਤਾ ਮੁੜ ਕੇ, ਉਹ ਹੋਰੇ ਆਲੇ ਦੁਆਲੇ ਉਲਟ ਪਟੋਲ ਮਾਰਦਾ ਰਿਹਾ। ਲੇਕਿਨ ਜਿਹੜਾ ਤੁਹਾਡਾ ਕੁਐਸਚਨ ਸੀ ਉਹਦੇ ਵਾਸਤੇ ਨਾ ਉਹ ਸਹੀ ਸੀਗਾ, ਪਰ ਉਹਨੇ ਜਵਾਬ ਨਹੀਂ ਦਿੱਤਾ। ਬਸ ਇੰਨਾ ਮੈਂ ਤਾਂ ਕਹਿਣਾ ਚਾਹੁੰਦਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਰਾਜ ਜੀ, ਤੁਸੀਂ ਸਾਨੂੰ ਕਾਨੂੰਨਾਂ ਦੇ ਫਾਇਦੇ ਬਾਰੇ ਦੱਸੋ ਜੀ। ਹਾਂ, ਅੱਛਾ, ਸੋ ਇਹ ਕਾਨੂੰਨਾਂ ਦੇ ਜਿਹੜੇ ਇਹ ਕਾਨੂੰਨ ਲਿਆਏ ਨੇ, ਇਹ ਰਾਤੋਂ ਰਾਤ ਕਾਨੂੰਨ ਲਿਆਏ ਗਏ ਨੇ। ਅੱਧੀ ਰਾਤ ਦੇ ਵਿੱਚ ਇਹਨਾਂ ਨੇ ਐਤਵਾਰ ਦੇ ਦਿਨ ਨੂੰ, ਕਿਉਂਕਿ ਇਹਨਾਂ ਦੀ ਮੈਜੋਰਿਟੀ ਇਹਨਾਂ ਦੇ ਬਹੁਮਤ ਪਾਰਲੀਮੈਂਟ ਦੇ ਵਿੱਚ, ਇਹਨਾਂ ਨੇ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ, ਕੋਈ ਕੰਸਲਟੇਸ਼ਨ ਨਹੀਂ ਕੀਤੀ ਜਿਹੜੀ ਕਨਸਟੀਟਿਊਸ਼ਨਲੀ ਔਰ ਲੀਗਲ ਤੌਰ ਤੇ ਜਿਹੜੀ ਚਾਹੀਦੀ ਹੈਗੀ ਆ। ਠੀਕ ਹੈ, ਕੋਈ ਇਹਨਾਂ ਨੇ ਫੋਲੋ ਨਹੀਂ ਕੀਤਾ। ਇਹਨਾਂ ਨੂੰ ਪਤਾ ਕਿ ਕਰੋਨਾ ਵਾਇਰਸ ਦੇ ਕਾਰਨ ਸਾਰਾ ਮੁਲਕ ਬੰਦ ਸੀਗਾ, ਤੇ ਇਹਨਾਂ ਨੇ ਰਾਤੋਂ ਰਾਤ ਮਤਲਬ ਉਹ ਕਾਨੂੰਨ ਲਿਆਏ ਬਿਨਾਂ ਕੰਸਲਟੇਸ਼ਨ ਤੋਂ, ਬਿਨਾਂ ਲੀਗਲ ਪ੍ਰੋਸੀਜਰ ਫੋਲੋ ਕਰਨ ਤੋਂ। ਜਿਹੜੇ ਕਿਸਾਨ ਹੈ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ, ਉਹਨਾਂ ਦੀ ਬਿਲਕੁਲ ਕੰਸਲਟੇਸ਼ਨ ਸੁਣੀ ਨਹੀਂ ਗਈ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਫਾਇਦੇ ਦੀ ਗੱਲ ਹੈ। ਹੁਣ ਮੈਂ ਤੁਹਾਨੂੰ ਜਿੰਨਾ ਵੀ ਤੁਹਾਨੂੰ ਮੈਂ ਕਹੀ ਜਾਵਾਂ, ਇੱਕ ਬੰਦਾ, ਮੈਂ ਅਮੀਰ ਬੰਦਾ ਹੈਗਾ, ਮੈਂ ਜਿੰਨਾ ਵੀ ਤੁਹਾਨੂੰ ਕਹੀ ਜਾਵਾਂ ਯਾਰ ਤੇਰੇ ਫਾਇਦੇ ਦੀ ਗੱਲ ਹੈ, ਮੇਰਾ ਫਰਜ਼ ਬਣਦਾ ਮੈਂ ਤੁਹਾਡੀ ਗੱਲ ਤੋਂ ਸੁਣਾ ਵੀ ਤੁਹਾਨੂੰ ਫਾਇਦਾ ਮਹਿਸੂਸ ਹੁੰਦਾ ਕਿ ਨਹੀਂ। ਕਿਸੇ ਕਿਸਾਨ ਨੂੰ ਪੁੱਛਿਆ ਨਹੀਂ ਗਿਆ। ਹਾਂ, ਇਹ ਜ਼ਰੂਰ ਸਰ ਇੱਕੋ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਇਹ ਜ਼ਰੂਰ ਹੈ ਕਿ ਜਿਹੜੇ ਵੱਡੇ ਵੱਡੇ ਕੋਆਪਰੇਸ਼ਨ ਹਾਊਸ ਨੇ, ਜਿਸ ਤਰ੍ਹਾਂ ਅਦਾਨੀ ਨੇ, ਜਿਹੜਾ ਅੰਬਾਨੀ ਨੇ, ਇਹ ਸ਼ਰੇਆਮ ਸੱਚੀ ਗੱਲ ਹੈ ਕਿ ਇਹਦਾ ਜਿਹੜਾ ਫਾਇਦਾ ਹੁੰਦਾ ਸਿਰਫ ਵੱਡੇ ਕੋਆਪਰੇਸ਼ਨ ਹਾਊਸਿਸ ਨੂੰ ਹੁੰਦਾ ਹੈਗਾ। ਆਮ ਕਿਸਾਨ ਨੂੰ ਜੇ ਫਾਇਦਾ ਹੁੰਦਾ ਨਾ ਤੇ 165 ਕਿਸਾਨ ਜਾ ਕੇ ਉੱਥੇ ਆਪਣੀਆਂ ਜਾਨਾਂ ਨਾਲ ਪ੍ਰਵਾਨ ਕਰ ਦਿੰਦੇ ਜੀ। ਮਿਹਰਬਾਨੀ ਰਾਜ ਜੀ। ਜੈ ਗੁਰਦੇਵ ਜੈ ਭੀਮ ਜੀ, ਕੌਣ ਸਾਹਿਬ ਬੋਲਦੇ ਜੀ? ਜੈ ਗੁਰਦੇਵ ਜੀ, ਚਾਲ ਸਾਹਿਬ, ਮੈਂ ਹਰਬੰਸ ਸਾਹਿਬ ਬੋਲ ਰਿਹਾ ਸਾਊਥਹਾਲ ਤੋਂ ਜੀ। ਮਾਫ ਕਰਨਾ ਰਾਜ ਜੀ, ਉਹ ਗੱਲ ਕਰ ਰਹੇ ਸੀਗੇ ਜੀ, ਵਿੱਚ ਕੱਟ ਰਿਹਾ। ਮੈਂ ਇੱਕ ਗੱਲ ਕਰੀ ਇਹ ਚਾਹੁੰਦਾ ਆ ਜੀ, ਜਿਹੜੀ ਐਗਰੀਕਲਚਰ ਦੇ ਬਾਰੇ ਗੱਲ ਕੀਤੀ ਹੈ। ਮੈਂ ਕਿਤਾਬ ਪੜ੍ਹ ਰਿਹਾ ਸੀਗਾ ਜੀ, ਉਹਦੇ ਵਿੱਚ ਇੱਕ ਅੰਗਰੇਜ਼ ਰਾਈਟਰ ਦੀ ਕਿਤਾਬ ਪੜ੍ਹ ਰਿਹਾ ਸੀ। ਉਹਦੇ 'ਚ ਉਹਨੇ ਲਿਖਿਆ ਕਿ ਜਦੋਂ ਮੌਸੀ ਟੰਗ ਤੋਂ ਬਾਅਦ ਜਿਹੜਾ ਦੂਜਾ ਪ੍ਰੈਜ਼ੀਡੈਂਟ ਆਇਆ, ਉਹਨੇ ਪਹਿਲਾ ਕੰਮ ਜਿਹੜਾ ਕੀਤਾ ਕਿਸਾਨਾਂ ਦੀ ਬਹਿਬੂਦੀ ਵਾਸਤੇ ਕੀਤਾ। ਇਹ ਦੁਬਾਰਾ ਕਿਉਂ ਜੀ? ਕੌਣ ਆਇਆ? ਮਾਓ ਜ਼ੇਤੂੰਗ ਤੋਂ ਬਾਅਦ ਜਦ ਦੈਂਗ ਸ਼ਾਓਪਿੰਗ, ਇਹ ਦੈਂਗ ਸ਼ਾਓਪਿੰਗ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਹਾਂਜੀ, ਦੈਂਗ ਸ਼ਾਓਪਿੰਗ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਕਾਹਦੀ? ਡੈਂਗ ਸ਼ਾਓਪਿੰਗ ਦੀ ਗੱਲ ਕਰ ਰਹੇ ਹੋ ਜਿਹੜਾ ਮਾਓ ਤੋਂ ਬਾਅਦ ਬਣਿਆ? ਮਾਓ, ਹਾਂਜੀ ਹਾਂਜੀ, ਉਹਦੀ ਗੱਲ ਕਰ ਰਹੇ ਹਾਂ। ਜਿਹੜਾ ਉਹ ਇਹ ਪਹਿਲਾਂ ਵੀ ਉਹਦੀ ਸੀਗਾ ਕੈਬਨਿਟ ਦੇ ਵਿੱਚ, ਪਰ ਇਹਨੂੰ ਗਈ 2-3 ਵਾਰੀ ਉਹਨਾਂ ਨੇ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਹਦੇ ਫਿੱਟ ਨਹੀਂ ਸੀ ਬਹਿੰਦੀ ਗੱਲ ਜੀ। ਉਹਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਜਿਹੜੀ ਮਰਜ਼ੀ ਫਸਲ ਤੁਸੀਂ ਬੀਜ ਲਓ, ਮੈਂ ਤੁਹਾਨੂੰ ਪੈਸੇ ਵੀ ਦੇਣ, ਤੁਹਾਨੂੰ ਵਾਧੂ ਪੈਸੇ ਵੀ ਦੇਣ ਨੂੰ ਤਿਆਰ ਹਾਂ, ਤੁਸੀਂ ਐਗਰੀਕਲਚਰ ਨੂੰ ਜਿਹੜਾ ਪੂਰਾ ਕਾਮਯਾਬ ਕਰੋਗੇ, ਜਿਹੜਾ ਮੌਸੀ ਟੰਗ ਨੇ ਨਹੀਂ ਸੀ ਕੀਤਾ ਜੀ। ਅੱਛਾ, ਉਹਦੇ ਬੇਸ ਤੇ ਫਿਰ ਉਹਨੇ ਇੱਕ ਪ੍ਰੋਬਲਮ ਸੋਲਵ ਕਰਤੀ ਕਿ ਐਗਰੀਕਲਚਰ ਦੀ ਜਿਹੜੀ ਖਾਣੇ ਪੀਣੇ ਦੀ ਸਾਡੀ ਪ੍ਰੋਬਲਮ ਸੋਲਵ ਹੋਈ, ਤਾਂ ਫਿਰ ਉਹ ਇੰਡਸਟਰੀ ਵੱਲ ਆਇਆ। ਇਹ ਜਿਹੜੀ ਭਾਈ ਸਾਹਿਬ ਗੱਲ ਕਰ ਰਹੇ, ਮੈਂ ਇਹਨਾਂ ਦਾ ਸਹਿਮਤ ਹਾਂ, ਕਿਉਂਕਿ ਦੇਖੋ ਜਿਹੜੀ ਇੱਥੇ ਦੀ ਗਵਰਨਮੈਂਟ ਹੈ ਉਹ ਇਸ ਚੀਜ਼ ਨੂੰ ਰੈਕਗਨਾਈਜ਼ ਨਹੀਂ ਕਰਦੀ। ਉਹ ਰੈਕਗਨਾਈਜ਼ ਪੋਲੀਟੀਕਲ ਸੈਟਅਪ ਨੂੰ ਕਰਦੀ ਹੈ ਜਾਂ ਰਿਲੀਜੀਅਸ ਸੈਟਅਪ ਨੂੰ ਕਰਦੀ ਹੈ। ਇਸ ਕਰਕੇ ਇਹ ਚੀਜ਼ਾਂ ਨਹੀਂ ਹੋ ਰਹੀਆਂ। ਜਿਹੜੀ ਹੁਣ ਦੇਖੋ ਜਿਹੜੀ ਗਵਰਨਮੈਂਟ ਆ ਉਹਨੂੰ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ MSP ਹੈ ਮੇਰਾ ਖਿਆਲ ਜੀ, MSP ਹੈ, ਮਿਨੀਮਮ ਸਪੋਰਟ ਦੇਣ 'ਚ ਫਾਇਦਾ ਆ। ਜੇ ਕਿਸਾਨ ਜਿਹੜਾ ਪੈਦਾਵਾਰ ਕਰਦਾ ਖਾਣੇ ਪੀਣੇ ਦੀ, ਤਾਂ ਉਹਨੂੰ ਅਗਰ ਤਗੜਾ ਕਰੇਗੀ ਤੇ ਡੈਫੀਨਿਟਲੀ ਜਿਹੜੀਆਂ ਫੈਕਟਰੀਆਂ ਉਹਦੇ ਬਿਹਾਫ ਤੇ ਲੱਗਣਗੀਆਂ, ਉਹਦੀ ਪ੍ਰੋਡਕਟ ਨੂੰ ਪ੍ਰੋਸੈਸ ਕਰਨਗੀਆਂ ਤੇ ਦੇਸ਼ ਨੂੰ ਫਾਇਦਾ ਹੋਏਗਾ। ਜਿੱਦਾਂ ਕਿ ਇਹਨਾਂ ਕੰਟਰੀਆਂ 'ਚ ਹੈਗਾ, ਜਿੱਦਾਂ ਤੁਸੀਂ ਕਾਨਫਲੇਕਸ ਲਾ ਲਓ, ਫਸਟ ਕੋਲ ਵੀਟਾਬੈਕਸ ਲਾ ਲਓ। ਹੁਣ ਸਿਰਫ 2 ਕ੍ਰੌਪਸ ਹੈਗੀਆਂ ਜਿਹੜੇ ਪੰਜਾਬ 'ਚ ਜ਼ਿਆਦਾ ਕੀਤੀਆਂ ਜਾਂਦੀਆਂ, ਚੌਲ ਔਰ ਕਣਕ। ਹੁਣ ਚੌਲ ਪਾਣੀ ਜ਼ਿਆਦਾ ਮੰਗਦਾ ਹੈ ਔਰ ਉਹਦੇ ਨਾਲ ਪਾਣੀ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਗਵਰਨਮੈਂਟ ਜਿਹੜੀ ਆ ਇਹ ਭਾਰਤ ਦੇ ਜਾਂ ਭਾਰਤ ਦੇ ਲੋਕਾਂ ਦੇ ਫਾਇਦੇ ਦੀ ਗੱਲ ਨਹੀਂ ਕਰ ਰਹੀ, ਉਹ ਆਪਣੇ ਫਾਇਦੇ ਦੀ ਗੱਲ ਕਰ ਰਹੀ ਹੈ ਜੀ। ਧੰਨਵਾਦ
ਬਹੁਤ ਮਿਹਰਬਾਨੀ ਜੀ। ਕਿਉਂਕਿ ਰਾਜਪਾਲ ਜੀ ਕਾਨੂੰਨਾਂ ਬਾਰੇ ਦੱਸ ਰਹੇ ਸੀ, ਇਸ ਕਰਕੇ ਮੈਂ ਪ੍ਰੋਗਰਾਮ ਨੂੰ ਰੋਕਣਾ ਨਹੀਂ ਸੀ ਚਾਹੁੰਦਾ। ਸਾਡੇ ਵੀਰ ਪਹਿਲੀ ਕਾਲ ਜੋ ਕਰਕੇ ਗਏ ਨੇ ਉਹ ਉਹਨਾਂ ਨੇ ਕਿਹਾ ਕਿ ਉਹ ਜਵਾਬ ਨਹੀਂ ਦੇ ਸਕੇ। ਇਹਦੇ ਵਿੱਚ ਬਿਲਕੁਲ ਦੋ ਰਾਮਾ ਨਹੀਂ ਗਿਆ। ਜਦੋਂ ਕਿਸੇ ਗੱਲ ਦਾ ਜਵਾਬ ਹੀ ਹੈ ਨਹੀਂ, ਉਹ ਦੇਣਗੇ ਵੀ ਕੀ? ਕਿਉਂਕਿ ਜਿਹੜੇ ਅਸੀਂ ਬਾਰ-ਬਾਰ ਇੱਕ ਛੋਟੀ ਜਿਹੀ ਮੇਰੇ ਵਰਗਾ ਵੀ ਇੱਥੋਂ ਟੀਵੀ ਤੋਂ ਬੋਲ ਕੇ ਚਲਾ ਗਿਆ ਤਾਂ ਇੰਨੀਆਂ ਗਾਲਾਂ ਹੋ ਜਾਣੀਆਂ ਸ਼ੁਰੂ। ਲੇਕਿਨ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਵਿੱਚ ਗੋਲੀ ਚਲਾਈ, ਮਾਰੇ ਲੋਕਾਂ ਨੂੰ, ਕਦੀ ਫਿਲਮ 'ਚ ਦੇਖੋ ਜਾਂ ਮਹਿਸੂਸ ਕਰਕੇ ਦੇਖੋ ਵੀ ਦੂਜੇ ਪਾਸੇ ਉਹ ਖੜ੍ਹੇ ਆ, ਗੋਲੀਆਂ ਚੱਲ ਰਹੀਆਂ, ਨਿਆਣੇ ਬੱਚੇ ਮਰ ਰਹੇ ਆ, ਔਰ ਉਸੇ ਰਾਤ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ। ਉਹ ਵੀ ਸਾਡੀ ਸਭ ਤੋਂ ਵੱਡੀ ਪੂਜਣਯੋਗ ਥਾਂ ਜਿਹਨੂੰ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਆਖਦੇ ਹਾਂ। ਉਸ ਤੋਂ ਬਾਅਦ ਜਿਹੜੇ ਪਾਰਟੀ ਨੂੰ ਅਸੀਂ ਵੋਟਾਂ ਪਾਉਂਦੇ ਹਾਂ, ਬਾਦਲ ਨੂੰ, ਬਾਦਲ ਆਪਣੀ ਮੁੰਡੇ ਨੂੰ ਵਿਆਹੁੰਦਾ ਉਹਦੇ ਘਰ, ਉਹਨਾਂ ਨੇ ਜੋ ਕੀਤਾ। ਕਈ ਲੋਕ ਇਹ ਵੀ ਕਹਿ ਦਿੰਦੇ ਵੀ ਉਹਨਾਂ ਦਾ ਕੀ ਕਸੂਰ ਆ। ਫਿਰ ਜਿਹੜਾ ਸਰਨੇਮ ਤੁਸੀਂ ਲੈ ਕੇ ਬੈਠੇ ਆ, ਜਿਹੜੀ ਉਹਨਾਂ ਨੇ ਜਾਇਦਾਦ ਲੈ ਕੇ ਬੈਠੇ ਆ, ਫਿਰ ਜਿਹੜਾ ਉਹਨੇ ਜੋ ਕੀਤਾ ਉਹ ਵੀ ਤੁਹਾਡੇ ਨਾਲ ਹੀ ਆਉਣਾ ਹੁੰਦਾ। ਸੋ ਬਹੁਤ ਮਿਹਰਬਾਨੀ, ਤੁਸੀਂ ਕਿਤੇ ਨਾ ਕਿਤੇ ਸਾਨੂੰ ਸਪੋਰਟ ਕੀਤੀ ਆ ਜੀ। ਭਗਵਾਨ ਜੀ ਤੁਸੀਂ ਕੁਝ ਇਸ਼ਾਰਾ ਕਰ ਰਹੇ ਸੀ। ਹਾਂਜੀ, ਮੈਂ ਉਹ ਭਾਈ ਸਾਹਿਬ ਦੀ ਜਿਹੜੀ ਗੱਲ ਆ ਵੀ ਉਹ ਕਹਿੰਦੇ ਸੀ ਵੀ ਜਿਹੜੀ MSP ਆ ਜੀ, ਅਸਲ 'ਚ ਭਾਈ ਸਾਹਿਬ ਜੇ ਨਾ ਆਪਾਂ ਜਿਹੜੇ ਪਹਿਲੀ ਗੱਲ ਤਾਂ ਕਿ ਜਿਹੜੇ ਇੰਡੀਆ 'ਚ ਕਿਸਾਨ ਬੈਠੇ ਨੇ ਜਾਂ ਐਕਸਪਰਟ ਨੇ, ਇਕਨੋਮਿਸਟ ਨੇ, ਉਹ ਵਿਚਾਰੇ ਉੱਥੇ ਉਹ ਦੱਸਦੇ ਕਿ ਇਹ ਗਲਤ ਹੋ ਰਿਹਾ। ਜਿਹੜਾ ਤੁਸੀਂ ਕਹਿੰਦੇ ਵੀ ਹਾਂ ਉੱਥੇ ਜਿਹੜੀ ਇੰਡਸਟਰੀ ਲੱਗਣੀ ਚਾਹੀਦੀ, ਫੂਡ ਇੰਡਸਟਰੀ ਲੱਗਣੀ ਚਾਹੀਦੀ ਹੈ, ਤੁਹਾਡਾ ਮਤਲਬ ਇਹ ਸੀਗਾ ਫੂਡ ਇੰਡਸਟਰੀ ਲੱਗਣੀ ਚਾਹੀਦੀ ਹੈ। ਯੈਸ, ਲੱਗਣੀ ਚਾਹੀਦੀ ਹੈ, ਜ਼ਰੂਰ ਲੱਗਣੀ ਚਾਹੀਦੀ ਹੈ। ਪਰ ਕੀ ਉਹ ਮਲਟੀ ਕਾਰਪੋਰੇਟ ਦੇ ਥੱਲੇ ਲੱਗਣੀ ਚਾਹੀਦੀ ਆ ਅਤੇ ਜਾਂ ਗੌਰਮੈਂਟ ਦੇ ਥੱਲੇ ਲੱਗਣੀ ਚਾਹੀਦੀ ਆ? ਆਪਣਾ ਕੁਐਸਚਨ ਸਭ ਤੋਂ ਵੱਡਾ ਆਪਣਾ, ਮੈਂ ਸ਼ੁਰੂ ਤੋਂ ਹੀ ਕਹਿੰਦਾ ਪਿਆ ਵੀ ਜਿਹੜੀ ਨਾ ਚੀਜ਼ਾਂ ਸਾਡੇ ਸਰਕਾਰ ਦੇ ਥੱਲੇ ਹੋਣੀ ਚਾਹੀਦਾ। ਸਾਰਾ ਕੁਝ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਪ੍ਰਾਈਵੇਟ ਕੰਪਨੀਆਂ ਨੂੰ ਕੋਈ ਵੀ ਤੁਸੀਂ ਦਿੰਦੇ ਹੋ ਚੀਜ਼, ਉਹ ਆਪਣੇ ਪ੍ਰੋਫਿਟ ਲਈ ਕੰਮ ਕਰਦੀਆਂ, ਸਿਰਫ ਅਤੇ ਸਿਰਫ ਪ੍ਰੋਫਿਟ ਲਈ। ਇਹ ਸਾਡਾ ਮੇਨ ਮਕਸਦ ਆਪਾਂ ਹਮੇਸ਼ਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜੇ ਸਕੂਲਾਂ ਦਾ, ਇੰਡੀਆ ਦੇ ਵਿੱਚ ਹਸਪਤਾਲਾਂ ਦਾ, ਸੜਕਾਂ ਦਾ, ਜੇ ਉਹ ਸਾਰਾ ਕੁਝ ਪ੍ਰਾਈਵੇਟਾਈਜ਼ ਕਰਤਾ ਤਾਂ ਉਹਦਾ ਹਾਲ ਤੁਸੀਂ ਅੱਜ ਦੇਖੋ ਕੀ ਆ। ਇਹ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਆ। ਬੇਸ਼ੱਕ ਉਹ ਸਰਕਾਰਾਂ ਦੀ ਇਹ ਕਹਿ ਲਓ ਉਹ 'ਚ ਕੂਟਨੀਤੀ ਆ ਅਤੇ ਜਾਂ ਜਿਹੜੇ ਅਸੀਂ ਕਾਲ ਲੈ ਲਈ ਸਰ। ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ, ਤੁਸੀਂ ਆਉਣੇ ਰਾਜੀ? ਹਾਂਜੀ ਭਾਜੀ, ਹਾਂਜੀ ਠੀਕ ਹੈ ਜੀ। ਹਾਂਜੀ ਆਉਣੇ ਰਾਜੀ, ਗੱਲ ਕਰੋ ਜੀ। ਭਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ। ਮੈਂ ਕਿੰਦਾ ਬੋਲਦਾ ਸੀਗਾ। ਮੈਂ ਪੁੱਛਣਾ ਸੀ, ਮੈਂ ਗੱਲ ਇਹ ਕਰਨੀ ਸੀਗੀ, ਪਤਾ ਕਿ ਜਿਹੜੀਆਂ ਆਪਣੀਆਂ ਸਰਕਾਰਾਂ ਆ ਹਨਾ, ਇਹ ਹਿੰਦੂ ਵਰਗ ਕਹਿ ਕੇ ਜਾਂ ਜੱਟ ਵਰਗ ਕਹਿ ਕੇ ਜਾਂ ਚਮਾਰ ਵਰਗ ਕਹਿ ਕੇ ਇੱਕ ਦੂਜੇ ਨੂੰ ਲੜਾ ਰਹੀਆਂ, ਇੱਕ ਦੂਜੇ ਦੇ ਪਾਸੇ ਕਰ ਰਹੀਆਂ। ਕੁਛ ਨਹੀਂ, ਜਿਹੜੀ ਗੱਲ ਕੁਛ ਨਹੀਂ ਹੈਗੀ। ਜਿੱਦਾਂ ਮੈਂ ਹੁਣ ਚਮਾਰ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਹਾਂ, ਤਾਂ ਮੇਰੇ ਸਾਰੇ ਫੈਮਿਲੀ ਜਿਹੜੇ ਮੇਰੇ ਫਰੈਂਡ ਆ ਸਾਰੇ, ਉਹ ਸਾਰੇ ਦੂਸਰੀ ਕਾਸਟ ਦੇ ਆ ਨਾ। ਤੇ ਸਾਡੀ ਕੋਈ ਕਦੀ ਪ੍ਰੋਬਲਮ, ਅਸੀਂ ਇੱਕ ਤਾਂ ਇਕੱਠੇ ਰੋਟੀ ਖਾਣੇ, ਸਾਰਾ ਕੁਛ ਖਾਂਦੇ ਹਾਂ, ਸਾਰਾ ਕੁਛ ਕਰਦੇ ਹਾਂ, ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ ਹਨਾ ਜੀ। ਪਰ ਭਾਜੀ ਇਹ ਜਾਣੀ ਕਿ ਉਦਾਂ ਹੀ ਜਾਣੀ ਜੇ ਇੱਕ ਨਹੀਂ ਉਦਾਂ ਨਹੀਂ, ਇੱਕ ਬੰਦਾ ਉਦਾਂ ਕਹਿੰਦਾ ਕਿ ਉਹ ਉਦਾਂ ਉਹ ਗੱਲ ਨਹੀਂ ਹੁੰਦੀ। ਆਪਾਂ ਨੂੰ ਪੂਰੀ ਡੀਪਲੀ ਜਾਣਾ ਚਾਹੀਦਾ ਕਿ ਆਪਾਂ ਕਿੱਥੇ ਬੈਠੇ ਹਾਂ, ਕਿੱਥੇ ਨਹੀਂ ਬੈਠੇ ਹੈਗੇ ਨਾ। ਸਾਰਾ ਕੁਛ ਕਰਦੇ ਹਾਂ। ਮੈਂ ਸਾਊਥ ਹਲ ਦੇ ਲੰਡਨ ਦੇ ਵਿੱਚ ਰਹਿੰਦਾ ਹਾਂ। ਮੈਨੂੰ ਹਨਾ ਜੇ ਮੈਂ ਰਵਿਦਾਸ ਦੇ ਗੁਰਦੁਆਰੇ ਮੱਥਾ ਨਾ ਟੇਕਾਂ, ਮੇਰਾ ਆਪਣਾ ਮਨ ਸਕੂਨ ਨਹੀਂ ਹੁੰਦਾ। ਕਿਉਂਕਿ ਇੱਕ ਆਪਣੇ ਮਨ ਦੀ ਵਜ੍ਹਾ ਹੁੰਦੀ, ਮੈਂ ਸਾਰੇ ਪਾਸੇ ਜਾਣਾ। ਪਤਾ ਕੀ ਇਹ ਜਿਹੜੇ ਲੋਕੀ ਆ ਹਨਾ, ਇਹ ਲੋਕੀ ਇੱਕ ਦੂਜੇ ਨੂੰ ਨਿੱਕੀ ਗੱਲਾਂ ਕਰਕੇ ਲੜਾ ਰਹੇ ਆ। ਕੋਈ ਕਿਸਾਨ ਆ, ਜਿੱਦਾਂ ਕੋਈ ਕਿਸਾਨ ਆ ਜੋ ਕੁਛ ਵੀ ਆ, ਉਹਦੇ ਨਾਲ ਅਸੀਂ ਵੀ ਨਾਲ ਚੱਲਦੇ ਆ। ਕਹਿੰਦਾ ਜੀ ਮੁੱਦਾ ਛੱਡੋ, ਮੁੱਦਾ ਕੀ ਹੈ? ਗੱਲ ਤੁਹਾਡੀ ਸਮਝ ਆ ਗਈ। ਲੋਕ ਅਸੀਂ ਵੀ ਇਸ ਗੱਲ ਤੇ ਹਮੇਸ਼ਾ ਗੱਲ ਕਰਦੇ, ਦੋਸਤ ਸਾਡੇ ਵੀ ਨੇ, ਪਰ ਤੁਹਾਡਾ ਮੁੱਦਾ ਕੀ ਹੈ? ਕੀ ਕਹਿਣਾ ਚਾਹੁੰਦੇ ਆ? ਸਾਡਾ ਮੁੱਦਾ ਇੱਦਾਂ ਹੈ ਕਿ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਕਿਸਾਨ ਅੰਦੋਲਨ ਦੀ ਹੈਲਪ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਦਲਿਤ ਭਰਾ ਵੀ ਮੋਹਰੇ ਆਉਣਾ ਚਾਹੀਦਾ ਹੈ, ਜ਼ਰੂਰੀ ਹੋਣਾ ਚਾਹੀਦਾ ਡੈਫੀਨਿਟਲੀ ਜੀ। ਥੈਂਕ ਯੂ, ਬਹੁਤ ਮਿਹਰਬਾਨੀ ਸਰ ਜੀ। ਜੀ ਤੁਸੀਂ? ਹਾਂ, ਮੇਰਾ ਕਹਿਣ ਦਾ ਜਿਹੜਾ ਮੇਰੇ ਦੋਸਤੋ, ਇੱਥੇ ਆਪਾਂ ਇੰਗਲੈਂਡ 'ਚ ਬੈਠੇ ਹਾਂ, ਤੁਹਾਨੂੰ ਦੇਖਦੇ ਪਏ ਹਾਂ, ਅਤੇ ਯੂਰਪ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੀ ਜ਼ਿੰਮੇਵਾਰੀਆਂ ਸਰਕਾਰਾਂ ਦੀ ਜ਼ਿੰਮੇਵਾਰੀਆਂ ਬਣਦੀਆਂ, ਤੁਹਾਡੇ ਤੋਂ ਟੈਕਸ ਕਲੈਕਟ ਕਰਦੀਆਂ, ਤੁਹਾਡੇ ਕੋਲ ਸਭ ਤਰ੍ਹਾਂ ਦੇ ਪੈਸੇ ਲੈਂਦੀਆਂ, ਇਨਕਮ ਟੈਕਸ ਕੀ ਅਤੇ ਵੈਲਿਊ ਐਡਿਡ ਟੈਕਸ ਕੀ, ਸਭ ਕੁਝ ਲੈਂਦੀਆਂ। ਇਹ ਸਾਰਾ ਕੁਝ ਉਹਨਾਂ ਦਾ ਰਿਟਰਨ ਬਣਦਾ ਸਾਨੂੰ ਦੇਣਾ। ਇੱਕ ਭਗਵੰਤ ਜੀ ਤੁਹਾਡੀ ਗੱਲ ਸਹੀ ਆ, ਲੇਕਿਨ ਮੈਂ ਇਹ ਗੱਲ ਦੱਸ ਦੇਵਾਂ ਕਿ ਜਿਹੜੇ ਭਾਰਤ ਦੇ ਲੋਕ ਆ ਉਹ ਵੀ ਇਮਾਨਦਾਰ ਨਹੀਂ ਗਏ। ਜੇ ਅਸੀਂ ਕਹੀਏ ਨਾ ਵੀ ਬਾਲ ਕੱਟਣ ਵਾਲਾ ਟੈਕਸ ਦਿੰਦਾ, ਨਹੀਂ ਦਿੰਦਾ,
ਜੇ ਅਸੀਂ ਕਹੀਏ ਨਾ ਵੀ ਸ਼ੌਪ ਵਾਲਾ ਪੂਰਾ ਟੈਕਸ ਦਿੰਦਾ ਨਹੀਂ ਦਿੰਦਾ, ਉਹ ਆਏ ਟੈਕਸ ਵਾਲੇ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿੰਦਾ ਲੇਕਿਨ ਉਹ ਪੂਰਾ ਟੈਕਸ ਨਹੀਂ ਦਿੰਦਾ। ਸੋ ਜੀ ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੀ ਹੰਸਾਲ ਸਾਹਿਬ, ਮੈਂ ਦੁਬਾਰਾ ਆ ਰਿਹਾ। ਭਾਈ ਸਾਹਿਬ ਨੇ ਗੱਲ ਕੀਤੀ ਹੈ ਫੈਕਟਰੀਆਂ ਦੀ ਜੀ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਜੀ, ਉਹ ਕਿਤਾਬ ਹੈਗੀ ਆ ਅੰਡਰ ਕਵਰ ਇਕੋਨਮਿਸਟ ਜੀ। ਇੱਕ ਇਕਨੋਮਿਕਸ ਦਾ ਪ੍ਰੋਫੈਸਰ ਆ, ਉਹਨੇ ਸਾਰੀ ਰਿਸਰਚ ਕਰਕੇ ਕਿਤਾਬ ਲਿਖੀ ਜਿਹਦੇ ਵਿੱਚ ਮੈਂ ਇਹ ਤੋਂ ਗੱਲ ਕੀਤੀ ਸੀ ਜੀ। ਹੁਣ ਫੈਕਟਰੀ ਦੀ ਗੱਲ ਤੁਸੀਂ ਕਹਿੰਦੇ ਕਿ ਗਵਰਨਮੈਂਟ ਨੂੰ ਕਰਨੀ ਚਾਹੀਦੀ ਕਿ ਪ੍ਰਾਈਵੇਟ ਵਾਲੇ, ਇਹੀ ਤੁਹਾਡਾ ਕੁਐਸਚਨ ਸੀ ਨਾ ਜੀ। ਉਸ ਪ੍ਰੈਜ਼ੀਡੈਂਟ ਨੇ ਪਹਿਲਾਂ ਗਵਰਨਮੈਂਟ ਦੇ ਅੰਡਰ ਸਾਰੀ ਚੀਜ਼ ਕੀਤੀ ਔਰ ਦੇਖਿਆ ਕਿ ਨੀਲੀ 20 ਤੋਂ 25% ਜਿਹੜੀ ਪ੍ਰੋਡਕਸ਼ਨ GDP ਸੀ ਉਹ ਵੱਧ ਗਈ ਜੀ। ਉਹਦਾ ਇਹ ਫਾਇਦਾ ਹੋਇਆ। ਫਿਰ ਉਹ ਜਦੋਂ ਉਹਦਾ ਸਰਕਲ ਕੰਪਲੀਟ ਹੋ ਗਿਆ, ਉਹਨੇ ਫਿਰ ਪ੍ਰਾਈਵੇਟ ਕੰਪਨੀਆਂ ਨੂੰ ਵੀ ਖੁੱਲ੍ਹ ਦੇ ਦਿੱਤੀ। ਪਹਿਲਾਂ ਉਹਨੇ ਗਵਰਨਮੈਂਟ ਵੱਲੋਂ ਕੀਤੀ ਸੀ ਜੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਕੁਐਸਚਨ ਕੀਤਾ ਸੀ ਵੀ ਕਿਹਦੇ ਅੰਡਰ ਹੋਣੀ ਚਾਹੀਦੀ ਹੈ। ਭਾਈ ਸਾਹਿਬ ਜਿਹੜੇ ਤੁਸੀਂ ਸਾਡੀ ਗੱਲ ਦੀ ਹਾਮੀ ਭਰਦੇ ਹੋ ਨਾ? ਹਾਂ ਬਿਲਕੁਲ। ਹਾਂਜੀ ਹਾਂਜੀ ਠੀਕ ਆ। ਭਾਈ ਸਾਹਿਬ ਜਿਹੜੇ ਪਗੜੀ ਵਾਲੇ, ਮੈਨੂੰ ਉਹਦਾ ਨਾਂ ਨਹੀਂ ਪਤਾ। ਭਗਵੰਤ ਜੀ। ਭਗਵੰਤ ਜੀ। ਹਾਂ ਮਿਹਰਬਾਨੀ ਤੁਹਾਡੀ, ਥੈਂਕ ਯੂ ਜੀ ਬਹੁਤ ਬਹੁਤ। ਹਾਂ ਯਾ ਅਸਲ ਦੇ ਵਿੱਚ ਜਿਹੜੀ ਨਾ ਆਪਾਂ ਗੱਲ ਜਿਹੜੀ ਮੇਨ ਹੈਗਾ, ਚਲੋ ਆਪਣਾ ਮੁੱਦੇ ਤੋਂ ਥੋੜਾ ਜਿਹਾ ਇੱਧਰ ਨੂੰ ਹੁੰਦੇ ਪਏ ਆਪਾਂ ਵੀ ਜਿਹੜਾ ਮਤਲਬ ਹੈ, ਜਿਹੜਾ ਸਾਡਾ ਪ੍ਰੋਗਰਾਮ ਕਰਨ ਦਾ ਮਤਲਬ ਹੈ, ਜਾਂ ਇੰਡੀਆ 'ਚ ਕੋਲ ਚੱਲਦਾ ਪਿਆ ਜਾਂ ਇੱਥੇ ਕੁਝ ਵੀ ਚੱਲਦੇ ਨੇ, ਉਹ ਸਾਰਾ ਕੁਝ ਸਾਡੀ ਜ਼ਿੰਦਗੀ ਨਾਲ ਰਿਲੇਟਡ ਹੈ। ਘੁਮਾ ਕੇ ਫਿਰਾ ਕੇ, ਉਹ ਪੋਲੀਟੀਕਲ ਹੋਇਆ, ਉਹ ਇਕਨੋਮਿਕਲੀ ਹੋਇਆ, ਫਾਈਨੈਂਸ਼ੀਅਲ ਹੋਇਆ, ਉਹ ਰਿਲੀਜੀਅਸ ਹੋਇਆ, ਇਹ ਸਾਰੀਆਂ ਗੱਲਾਂ ਸਾਡੇ ਨਾਲ ਸੋਸ਼ਲ ਸਾਡੀ ਜ਼ਿੰਦਗੀ ਨਾਲ ਜੁੜਦੀਆਂ ਤੇ ਇਹਨਾਂ ਨੂੰ ਕੰਟਰੋਲ ਕੋਈ ਹੋਰ ਕਰਦਾ ਪਿਆ ਸਾਡੇ ਲਈ। ਤੇ ਜਦ ਤੱਕ ਅਸੀਂ ਇਹਨਾਂ ਗੱਲਾਂ ਨੂੰ ਆਪ ਨਹੀਂ ਸਮਝਦੇ, ਇਹਨਾਂ ਨੂੰ ਆਪਣੇ ਹੱਥਾਂ 'ਚ ਨਹੀਂ ਲੈਂਦੇ, ਉਦੋਂ ਤੱਕ ਅਸੀਂ ਇੱਦਾਂ ਹੀ ਭਗਵੰਤ ਸਿੰਘ ਚਾਹਲ ਸਾਹਿਬ ਹੋਣੀ ਤੇ ਰਾਜਪਾਲ ਹੋਣੀ ਜਾਂ ਮੇਰੇ ਭਾਈ ਸਾਹਿਬ ਹੋਰ ਉਹ ਪ੍ਰਦੇਸ਼ਾਂ ਦੇ ਵਿੱਚ ਅਸੀਂ ਘਰ ਮਾਂ-ਬਾਪ ਭੈਣ ਭਾਈ ਛੱਡ ਕੇ ਫਿਰ ਜਾਵਾਂਗੇ। ਜੈ ਗੁਰਦੇਵ ਜੀ, ਇੱਕ ਕਾਲ ਲਈ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਧੰਨ ਗੁਰਦੇਵ ਜੀ ਚਾਹਲ ਸਾਹਿਬ ਜੀ। ਬਿੱਟੂ ਝੱਲੀ ਬੋਲਦਾ ਜੀ ਇਟਲੀ ਤੋਂ। ਜੀ ਝੱਲੀ ਸਾਹਿਬ, ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਦੇਖੋ ਹੁਣ ਕੁਐਸਚਨ ਇੱਕ ਆਨਸਰ ਆਇਆ ਤੁਹਾਨੂੰ ਵੀ ਉਸ ਬੰਦੇ ਨੇ ਕੁਐਸਚਨ ਕੀਤਾ, ਮੁੜ ਕੇ ਉਹਦੀ ਕਾਲ ਨਹੀਂ ਆਈ ਤੁਹਾਨੂੰ। ਇੱਕ ਝੱਲੀ ਸਾਹਿਬ, ਇੱਕ ਮੈਂ ਕਾਫੀ ਦੇਰ ਦੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਮਹੀਨਿਆਂ ਤੋਂ, ਪਤਾ ਨਹੀਂ ਮੈਂ ਇਟਲੀ ਨੂੰ ਮਿਸ ਕਰਦਾ ਸੀ, ਅੱਜ ਸਾਡੇ ਪ੍ਰੋਗਰਾਮ 'ਚ ਪਹਿਲੀ ਕਾਲ ਆ ਜੀ। ਤੇ ਅਸੀਂ ਤੁਹਾਨੂੰ ਮਿਸ ਕਰਦੇ ਸੀਗੇ ਜੀ, ਬਹੁਤ ਮਿਹਰਬਾਨੀ। ਤੇ ਇਸ ਤਰ੍ਹਾਂ ਨਾ ਵੀ ਦੇਖੋ, ਜਿਹੜਾ ਰਾਈਟ ਟੂ ਆਪਣੇ ਪੁਆਇੰਟ ਟੂ ਪੁਆਇੰਟ ਕੁਐਸਚਨ ਦਾ ਆਨਸਰ ਦਾ ਕੁਐਸਚਨ ਦਿੰਦਾ ਹੈਗਾ, ਤਾਂ ਉਹਨੂੰ ਕੋਈ ਗੱਲ ਕਰ ਹੀ ਨਹੀਂ ਸਕਦਾ ਜੀ, ਹੈ ਨਾ। ਜਿਸ ਤਰ੍ਹਾਂ ਹੁਣ ਤੁਸੀਂ ਸੁਲਝੇ ਹੋਏ ਆਦਮੀ ਆ, ਮਿਹਰਬਾਨੀ ਜੀ, ਹੈ ਨਾ। ਇਸ ਕਰਕੇ ਵੀ ਮੈਂ ਉਹੀ ਚਾਹੁੰਦਾ ਹੁੰਦਾ ਵੀ ਜਿਹੜਾ 7 ਤੋਂ 8 ਤੋਂ 9 ਦਾ ਜਾਂ 7 ਤੋਂ 8 ਦਾ ਪ੍ਰੋਗਰਾਮ ਹੈਗਾ, ਇਹੋ ਜਿਹੇ ਆਪਣੇ ਪ੍ਰੈਜੈਂਟਰਾਂ ਦੇ ਹੱਥ ਆਵੇ ਜਿਹੜਾ ਜਾਣੀ ਕਿ ਕੋਈ ਕੁਐਸਚਨ ਕਰ ਹੀ ਨਾ ਸਕੇ ਜੀ, ਹੈ ਨਾ। ਤੇ ਬਾਕੀ ਬਹੁਤ ਥੈਂਕਸ ਹੈ ਤੁਹਾਡਾ ਜੀ, ਸਾਰੀ ਮੈਨੇਜਮੈਂਟ ਦਾ। ਬਿਲਕੁਲ ਜੀ, ਪ੍ਰੈਜੈਂਟਰ ਦੀ ਲੋੜ ਆ ਕਾਂਸ਼ੀ ਟੀਵੀ ਨੂੰ। ਅਸੀਂ ਭਗਵੰਤ ਜੀ ਨੂੰ ਤਿਆਰ ਕਰ ਰਹੇ, ਇਹਨਾਂ ਨੂੰ ਜਲਦੀ ਅਸੀਂ ਇੱਕ ਪ੍ਰੋਗਰਾਮ ਵੀ ਦੇਵਾਂਗੇ ਔਰ ਹਜੇ ਅਸੀਂ ਇਹਨਾਂ ਨੂੰ ਪਹਿਲਾਂ ਥੋੜ੍ਹਾ ਜਿਹਾ ਤਰਾਸ਼ਦੇ ਹਾਂ ਔਰ ਇਹ ਆਪਣਾ ਪ੍ਰੋਗਰਾਮ ਵੀ ਲੈ ਕੇ ਆਉਣਗੇ ਛੇਤੀ। ਔਰ ਸਾਨੂੰ ਹੋਰ ਵੀ ਪ੍ਰੈਜੈਂਟਰਾਂ ਦੀ ਲੋੜ ਆ। ਮੈਂ ਬੇਨਤੀ ਕਰਾਂਗਾ, ਮੈਂ ਅੱਜ ਇੱਕ ਰਿਕਾਰਡਿੰਗ ਸੋਚ ਵੀ ਕਿਹਾ ਸੀ ਵੀ ਜਦੋਂ ਮਿਸ਼ਨ ਹੋਵੇ ਨਾ ਅੰਦਰ, ਤਾਂ ਉਸ ਵੇਲੇ ਆਪਣੇ ਆਪ ਨੂੰ ਪ੍ਰਮੋਟ ਨਹੀਂ ਕਰੀਦਾ ਹੁੰਦਾ, ਮਿਸ਼ਨ ਨੂੰ ਪ੍ਰਮੋਟ ਕਰਨਾ ਚਾਹੀਦਾ। ਸਾਡਾ ਮਿਸ਼ਨ ਇਹ ਸੀ ਕਿ ਕਦੀ ਸਾਡੇ ਕੋਲ ਕੁਛ ਪੈਸੇ ਦੇ ਕੇ ਸਾਡੇ ਲਾਭ ਸੰਧੀ ਜੀ ਟਰੈਵਲ ਏਜੰਟ ਹੈ, ਉਹ ਦੱਸਦੇ ਹੁੰਦੇ ਵੀ ਚਾਹਲ ਸਾਹਿਬ ਜੇ ਤੁਹਾਡਾ ਪੇਪਰ ਨਹੀਂ ਹੁੰਦਾ ਸੀ ਤੇ ਅਸੀਂ ਕਿਸੇ ਹੋਰ ਪੇਪਰ 'ਚ ਦੇ ਕੇ ਬਾਬਾ ਸਾਹਿਬ ਦੀ ਫੋਟੋ ਜਾਂ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇਖੀ ਦੀ ਸੀ। ਲੇਕਿਨ ਜਿੱਦਾਂ ਦਾ ਅਸੀਂ ਪੇਪਰ ਸ਼ੁਰੂ ਕੀਤਾ, ਅਸੀਂ ਦਾ ਮਤਲਬ ਮੈਂ ਪੇਪਰ ਸ਼ੁਰੂ ਕੀਤਾ, ਉਦਣ ਤੋਂ ਬਾਬਾ ਸਾਹਿਬ ਨਾਲ ਭਰਿਆ ਹੁੰਦਾ, ਗੁਰੂ ਰਵਿਦਾਸ ਮਹਾਰਾਜ ਨਾਲ ਭਰਿਆ ਹੁੰਦਾ, ਹਰ ਸਾਲ ਦੀ ਸਾਲ ਭਰਿਆ ਹੁੰਦਾ। ਅੱਜ ਸਾਡੇ ਕੋਲ ਕਾਂਸ਼ੀ ਟੀਵੀ ਆ। ਬਹੁਤ ਸਾਰੇ ਮੈਨੂੰ ਇਹ ਕਹਿੰਦੇ ਹੁੰਦੇ ਸੀ ਜਦੋਂ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਦਾ ਵੀ ਤੂੰ ਆਪਣਾ ਪੇਪਰ ਬੰਦ ਕਰਾ ਕੇ ਬਹਿ ਜਾਣਾ, ਮੈਂ ਕਹਿੰਦਾ ਹੁੰਦਾ ਵੀ ਹੋ ਜਾਏ, ਇੱਕ ਪੇਪਰ ਹੋ ਜੂ, ਅਸੀਂ ਰੋਟੀ ਖਾਣੀ ਗਵਰਨਮੈਂਟ ਤੋਂ ਖਾ ਲਾਂਗੇ। ਸੋ ਮੀਡੀਆ ਜਿਹੜਾ ਜਿੰਨਾ ਹੋਏਗਾ ਸਾਡਾ ਆਪਣਾ, ਅਸੀਂ ਰਹੀਏ ਨਾ ਰਹੀਏ, ਮੀਡੀਆ ਰਹੇ, ਸਾਡਾ ਨਾਂ ਰਹੇ ਨਾ ਰਹੇ, ਕਿਉਂਕਿ ਨਾ ਤਾਂ ਕੋਈ ਅੱਜ ਦਲੀਪ ਕੁਮਾਰ ਨੂੰ ਜਾਣਦਾ, ਕੋਈ ਰਾਜ ਕੁਮਾਰ ਨੂੰ ਜਾਣਦਾ, ਕਿੰਨੇ ਵੱਡੇ ਰਜੇਸ਼ ਖੰਨੇ ਨੂੰ ਜਾਣਦਾ, ਸਾਨੂੰ ਕੱਲ੍ਹ ਨੂੰ ਕਿਹਨੇ ਜਾਣਨਾ, ਪਰ ਸਾਡਾ ਮੀਡੀਆ ਹੋਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦੇਣ ਵਾਲਾ ਕੋਈ ਨਾ ਕੋਈ ਹੋਵੇ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਜੀ, ਜੈ ਭੀਮ, ਜੈ ਗੁਰਦੇਵ ਜੀ। ਜੀ ਮੋਹਨ ਲਾਲ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਭਰਾਵਾਂ ਨੂੰ ਜੈ ਭੀਮ ਤੇ ਜੈ ਭਾਰਤ ਕਰਨਾ। ਜੈ ਭੀਮ ਜੈ ਭਾਰਤ। ਗੱਲ ਇਹ ਆ ਕਿ ਅੱਜ ਸਾਰੀ ਭਾਰਤ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਜਿਹੜਾ ਭਖਦਾ ਮਸਲਾ ਉਹ ਕਿਸਾਨਾਂ ਦਾ ਜੀ। ਮੈਂ ਕਿਸਾਨ ਅੰਦੋਲਨ ਨੂੰ ਆਪਣੀ ਨਜ਼ਰ ਤੋਂ ਜਿੱਦਾਂ ਦੇਖਦਾ ਜੀ, ਉਹ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਜੀ। ਇਹ
ਇਹਦੀ ਇਹ ਕਿਸਾਨ ਅੰਦੋਲਨ ਦੀ ਇੱਕ ਖੂਬਸੂਰਤੀ ਬਣ ਗਈ। ਬਣਿਆ ਤਾਂ ਇਹ ਮਤਲਬ ਅੰਦੋਲਨ ਤਾਂ ਕਿਸਾਨ ਦਾ ਹੀ ਸੀਗਾ, ਪਰ ਕਿਸਾਨ ਤੋਂ ਬਾਅਦ ਇਹ ਜਨ ਅੰਦੋਲਨ ਹੋ ਗਿਆ, ਬਹੁਜਨ ਅੰਦੋਲਨ ਹੋ ਗਿਆ ਜੀ। ਇਸ ਅੰਦੋਲਨ ਨੇ ਅਸੀਂ ਜਿਹੜੇ ਭੀਮਵਾਦੀ ਲੋਕ ਹੈਗੇ ਆ ਭਾਰਤ ਦੇ ਵਿੱਚ। ਮੋਹਨ ਲਾਲ ਜੀ, ਮੈਂ ਥੋੜੀ ਮੇਰੀ ਗੱਲ ਨੂੰ ਸੁਣਿਓ, ਤੁਹਾਡੇ ਨਾਲ ਹੀ ਗੱਲ ਕਰਨੀ ਹੈ, ਲੇਕਿਨ ਮੈਂ ਇੱਕ ਪਿਆਰੇ ਦਰਸ਼ਕੋ ਕਾਂਚੀ ਟੀਵੀ ਦੇ ਸੂਝਵਾਨ ਸਰੋਤਿਓ, ਇੱਕ ਮੈਂ ਇਸ ਸਬਜੈਕਟ ਜਿਹੜਾ ਸੀ ਅਸੀਂ, ਕਿਉਂਕਿ ਅੱਜ ਕੱਲ੍ਹ YouTube ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਵੀ ਥੰਬਨੇਲ ਜਿਹੜਾ ਲਾਇਆ ਜਾਂਦਾ, ਅਗਰ ਉਹਦੇ ਬਾਰੇ ਗੱਲ ਨਾ ਹੋਵੇ ਉਸ ਪ੍ਰੋਗਰਾਮ 'ਚ ਤਾਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ। ਸੋ ਮੈਂ ਪਹਿਲਾਂ ਉਹ, ਕਿਉਂਕਿ ਕਾਲਾਂ ਹੀ ਪਹਿਲਾਂ ਸ਼ੁਰੂ ਹੋ ਗਈਆਂ, 10 ਮਿੰਟ ਦੇ ਪ੍ਰੋਗਰਾਮ 'ਚ ਅਸੀਂ ਉਹ ਗੱਲ ਕਰਨੀ ਸੀ। ਸਾਡਾ YouTube ਦਾ ਥੰਬਨੇਲ ਹੈਗਾ ਆ ਵੀ ਕੀ ਜਿਹੜਾ ਹਮਲਾ ਹੋਇਆ ਸੁਖਬੀਰ ਬਾਦਲ 'ਤੇ, ਕੀ ਉਹ ਲੋਕਾਂ ਦੀ ਸਿੰਪਥੀ ਲੈਣ ਲਈ ਤਾਂ ਨਹੀਂ ਕਰਵਾਇਆ ਗਿਆ ਆਪਣੇ ਆਪ, ਜਾਂ ਉਹ ਸੱਚੀ ਮੁੱਚੀ ਦਾ ਹੈ? ਕਿਉਂਕਿ ਅਕਾਲੀ ਦਲ ਦੀ ਦਿਨੋਂ ਦਿਨ ਗਿਰਦੀ ਜਾ ਰਹੀ ਉਹਨਾਂ ਦੀ ਸ਼ਾਖ ਜਿਹੜੀ ਆ ਮਿੱਟੀ 'ਚ ਮਿਲਦੀ ਜਾ ਰਹੀ, ਉਹਨੂੰ ਵਧਾਉਣ ਦੇ ਲਈ ਸਿੰਪਥੀ ਲੈਣ ਲਈ ਲੋਕਾਂ ਲਈ ਤਾਂ ਨਹੀਂ ਕੀਤਾ ਗਿਆ? ਇਹਦੇ ਬਾਰੇ ਵੀ ਵਿਚਾਰ ਕਰਨੇ ਆ ਜੀ ਮੋਹਨ ਲਾਲ ਜੀ। ਹਾਂਜੀ, ਉਹ ਇਹਦੇ ਬਾਰੇ ਤਾਂ ਵਿਚਾਰ ਇੰਨਾ ਹੀ ਆ ਵੀ ਇਹ ਜਿਹੜੇ ਰਾਜਕਰਤਾ ਲੋਕ ਹੈਗੇ ਆ, ਮਨੂਵਾਦੀ ਲੋਕ ਹੈਗੇ ਆ, ਜਾਂ ਜਗੀਰਦਾਰ ਲੋਕ ਹੈਗੇ ਆ, ਇਹਨਾਂ ਦੇ ਡਰਾਮੇ ਹੈਗੇ ਆ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ, ਕਿ ਇਹ ਸਾਡੀਆਂ ਹੀ ਗੱਲਾਂ ਕਰਨ, ਸਾਡੀਆਂ ਰਾਜ ਦੀਆਂ ਗੱਲਾਂ ਕਰਨ, ਸਾਡੀਆਂ ਇਹ ਇਦਾਂ ਦੀਆਂ ਗੱਲਾਂ ਕਰਨ, ਆਪਣੀ ਗੱਲ ਇਹ ਭੁੱਲ ਜਾਣ। ਜਿਹੜੀ ਅਸੀਂ ਗੱਲ ਕਰਨੀ ਚਾਹੁੰਦਾ ਕਿ ਮੈਂ ਜਿਹੜਾ ਅੰਦੋਲਨ ਦੀ ਗੱਲ ਹੈਗੀ ਹੈ, ਅੰਦੋਲਨ ਦੀ ਇਹ ਖੂਬਸੂਰਤੀ ਹੈ ਕਿ ਇਸ ਨੇ ਭਾਰਤ ਨੂੰ ਇੱਕ ਕਰ ਦਿੱਤਾ। ਬਿਲਕੁਲ ਕਰਤਾ ਜੀ। ਸਾਰੀਆਂ ਜਾਤਾਂ ਪਾਤਾਂ, ਊਚ ਨੀਚ, ਛੂਆ ਛਾਤ ਬਿਲਕੁਲ ਨਜ਼ਰ ਨਹੀਂ ਆਈ ਇਸ ਅੰਦੋਲਨ ਦੇ ਵਿੱਚ ਜੀ। ਇਸ ਅੰਦੋਲਨ ਦੇ ਵਿੱਚ ਸਿੱਖਾਂ ਨੇ, ਈਸਾਈਆਂ ਨੇ, ਮੁਸਲਮਾਨਾਂ ਨੇ, ਬੌਧਾਂ ਨੇ ਇਸ ਵਿੱਚ ਸ਼ਿਰਕਤ ਕੀਤੀ ਹੈ। ਜਿਹੜਾ ਕੰਮ ਭੀਮਵਾਦੀ ਨਹੀਂ ਕਰ ਸਕੇ 70 ਸਾਲ ਦੇ ਵਿੱਚ ਅਸੀਂ ਪ੍ਰਚਾਰ ਕਰਦੇ ਰਹੇ, ਬਹੁਜਨ ਬਣਾਉਣ ਦੀ ਗੱਲ ਕਾਂਸ਼ੀ ਰਾਮ ਕਰਦੇ ਚਲੇ ਗਏ, ਭੈਣ ਮਾਇਆਵਤੀ ਕਰਦੀ ਹੈ, ਪਰ ਜਿਹੜਾ ਕਿਸਾਨੀ ਅੰਦੋਲਨ ਦੇ ਰਾਹੀਂ ਬਹੁਜਨ ਬਣਿਆ, ਇਹ ਇੱਕ ਖੂਬਸੂਰਤੀ ਹੈ ਕਿ ਭਾਰਤ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਭਾਰਤ ਦੇ ਲੋਕ ਹਾਂ। ਇੱਕ ਮੈਂ ਸਵਾਲ ਕਰਾਂਗਾ ਮੋਹਨ ਲਾਲ ਜੀ। ਹਮ ਭਾਰਤ ਕੇ ਲੋਕ, ਇਹ ਲੋਕ ਅੱਜ ਮੂੰਹੋਂ ਕਹਿਣ ਲੱਗ ਪਏ, ਮੋਹਨ ਲਾਲ ਜੀ ਕਦੀ ਸੰਵਿਧਾਨ ਦਾ ਨਾਂ ਨਹੀਂ ਸੀ ਲਿਆ, ਡਾਕਟਰ ਅੰਬੇਦਕਰ ਦਾ ਨਾਂ ਨਹੀਂ ਸੀ ਲਿਆ, ਉਹ ਅੱਜ ਕਹਿਣ ਲੱਗ ਪਏ ਅਸੀਂ ਭਾਰਤ ਦੇ ਲੋਕ ਹਾਂ। ਮੋਹਨ ਲਾਲ ਜੀ, ਮੈਂ ਸਵਾਲ ਕਰਦਾ ਹਾਂ, ਰਾਜ ਕਰਦੇ ਆ ਮੋਹਨ ਲਾਲ ਜੀ, ਭਾਰਤ ਦੇ ਨਹੀਂ, ਇਹ ਵਿਦੇਸ਼ੀ ਲੋਕ ਆ। ਅੱਜ ਇਹ ਪਛਾਣ ਇਸ ਅੰਦੋਲਨ ਨੇ ਕਰਾ ਦਿੱਤੀ ਹੈ। ਸਾਡਾ ਬਹੁਤ ਸਾਰਾ ਜਿਹੜਾ ਮਸਲਾ ਹੈਗਾ ਭਾਰਤ ਦਾ, ਸੰਵਿਧਾਨ ਦਾ, ਉਹ ਬਹੁਤ ਸਾਰਾ ਮਸਲਾ, ਬਹੁਤ ਸਾਰੀ ਬਾਤ ਜਿਹੜੀ ਹੈ ਉਹ ਤੈਅ ਹੋ ਗਈ ਹੈ ਇਸ ਅੰਦੋਲਨ ਮੋਹਨ ਲਾਲ ਜੀ। ਇੱਕ ਸੈਕਿੰਡ ਮੋਹਨ ਲਾਲ ਜੀ, ਇਸੇ ਤਰ੍ਹਾਂ ਜਾਰੀ ਰੱਖਦੇ ਹੋਏ, ਹੈਲੋ ਜੀ ਮੋਹਨ ਲਾਲ ਜੀ, ਹੈਲੋ ਮੋਹਨ ਲਾਲ ਜੀ, ਮੋਹਨ ਲਾਲ ਜੀ, ਹੁਣ ਇਹ ਅੰਦੋਲਨ ਆ ਜਾਏਗਾ ਤਾਂ ਕੋਈ ਦਿਨ ਦੂਰ ਨਹੀਂ। ਮੋਹਨ ਲਾਲ ਜੀ, ਮੈਂ ਸਾਰੇ ਕਾਲਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦਾ ਸਵਾਲ ਜਦੋਂ ਤੁਸੀਂ ਛੱਡਦੇ ਆ, ਬਹੁਤੀ ਵਾਰ ਜੇ ਉਹਨੂੰ ਕਲੀਅਰ ਨਾ ਕੀਤਾ ਜਾਏ ਤਾਂ ਪ੍ਰੋਗਰਾਮ ਦਾ ਸਵਾਦ ਨਹੀਂ ਹੁੰਦਾ। ਮੇਰਾ ਸਵਾਲ ਤੁਸੀਂ ਬਹੁਤ ਵਧੀਆ ਕੀਤਾ, ਮੈਂ ਇੱਕ ਗੱਲ ਤੁਸੀਂ ਬਹੁਤ ਵਧੀਆ ਕੀਤੀ, ਉਹਦਾ ਮੈਂ ਇੱਕ ਤੁਹਾਨੂੰ ਸਵਾਲ ਬਣਾਉਣਾ ਚਾਹੁੰਦਾ ਸੀ। ਜੀ ਤੁਸੀਂ ਕਿਹਾ ਬਈ ਬਾਬਾ ਸਾਹਿਬ ਨੇ ਵੀ ਜ਼ੋਰ ਲਾਇਆ, ਨਹੀਂ ਮੰਨੇ ਲੋਕ, ਕਾਂਸ਼ੀ ਰਾਮ ਨੇ ਵੀ ਜ਼ੋਰ ਲਾਇਆ, ਉਹ ਬਹੁਜਨ ਨਹੀਂ ਬਣ ਸਕਿਆ, ਕਿਸਾਨ ਅੰਦੋਲਨ ਨੇ ਬਣਾਇਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਫਿਰ ਬਾਬਾ ਸਾਹਿਬ ਤੇ ਕਾਂਸ਼ੀ ਰਾਮ ਸਹੀ ਗੱਲ ਕਹਿੰਦੇ ਸੀ ਨਾ? ਛੇਤੀ ਨਿਬੇੜਿਓ ਗੱਲ। ਦੇਖੋ, ਮੈਂ ਇਹ ਕਹੀ ਆ ਗੱਲ ਕਿ ਮੇਰਾ ਸਵਾਲ ਸੁਣੋ ਜੀ। ਕਾਂਸ਼ੀ ਰਾਮ ਨੇ ਬਹੁਜਨ ਸਮਾਜ ਬਣਾਉਣ ਲਈ ਜ਼ੋਰ ਲਾਇਆ, ਮਾਇਆਵਤੀ ਲਾ ਰਹੀ ਹੈ, ਇਸ ਅੰਦੋਲਨ ਨੇ ਬਹੁਜਨ ਸਮਾਜ ਬਣਾ ਦਿੱਤਾ। ਮੈਂ ਇਹ ਕਹਿ ਰਿਹਾ ਫਿਰ ਬਾਬਾ ਸਾਹਿਬ ਤੇ ਕਾਂਸ਼ੀ ਰਾਮ ਜੀ ਫਿਰ ਠੀਕ ਸੀ ਨਾ? ਬਿਲਕੁਲ ਠੀਕ ਸੀ ਨਾ? ਅਗਰ ਜੇ ਨਹੀਂ ਲੱਗੇ, ਅੱਜ ਸਵਾਲ ਸੁਣੋ, ਗੱਲ ਸੁਣੋ, ਅੱਜ ਜੇ ਅਸੀਂ ਰੁਲ ਰਹੇ ਹਾਂ, ਅੱਜ ਜੇ ਸਾਡੇ ਬਣਾਏ ਜਾ ਰਹੇ ਨੇ, ਲਾ ਕੇ ਬੈਰੀਅਰ ਲਾਏ ਜਾ ਰਹੇ ਨੇ, ਵਿੱਚ ਸੂਏ ਗੱਡੇ ਜਾ ਰਹੇ ਨੇ, ਇਹਦਾ ਜ਼ਿੰਮੇਵਾਰ ਫਿਰ ਅਸੀਂ ਹੋਏ ਨਾ। ਜਦੋਂ ਕਿਹਾ ਸੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ, ਜਿਹਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ, ਜਿੰਨੀ ਸੰਖਿਆ ਹੋਏਗੀ ਉਨੀ ਨੂੰ ਟਿਕਟਾਂ ਦੇਵਾਂਗੇ ਤੇ ਕੰਮ ਕਰਾਂਗੇ। 15% ਨੂੰ ਅਸੀਂ ਖਦੇੜ ਦਿਆਂਗੇ। ਜੇ ਨਹੀਂ ਮੰਨੀ, ਸੁਣੋ ਗੱਲ ਹੁਣ, ਜੇ ਨਹੀਂ ਮੰਨੀ ਤਾਂ ਉਹ ਲੋਕਾਂ ਦੀ ਗਲਤੀ ਹੈ ਅੱਜ ਜਿਹੜੇ ਬੈਠੇ ਹੋ ਜਾਏਗੀ। ਇਹ ਹੁਣ ਸੱਤਾ ਵਾਪਸੀ ਵੱਲ ਨੂੰ ਅੰਦੋਲਨ ਜਾਏਗਾ ਤਾਂ ਭਾਰਤ ਦਾ ਜਿਹੜਾ ਕਲਿਆਣ ਜਿਹੜਾ ਹੈ ਮਨੂਵਾਦ ਤੋਂ ਹੋਏਗਾ। ਅਸੀਂ ਇਸ ਅੰਦੋਲਨ ਦੀ ਸ਼ਲਾਘਾ ਕਰਦੇ ਹਾਂ ਔਰ ਇਹਦੇ ਨਾਲ ਤਨ ਮਨ ਧਨ ਤੋਂ ਇਹਦੇ ਨਾਲ ਹੈਗੇ ਅਸੀਂ। ਬਿਲਕੁਲ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਥੈਂਕ ਯੂ। ਐਕਚੁਅਲੀ ਇਹਨਾਂ ਨੇ ਗੱਲ ਕੀਤੀ, ਉਹਦਾ ਮੈਂ ਥੋੜਾ ਜਵਾਬ ਦੇਣਾ। ਇੱਕ ਮਿੰਟ ਜੀ, ਪਿਆਰੇ ਦਰਸ਼ਕੋ, ਸੂਝਵਾਨ ਕਾਂਸ਼ੀ ਟੀਵੀ ਦੇ ਸਰੋਤਿਓ, ਜਦੋਂ ਤੁਸੀਂ ਕਾਲ ਕਰਦੇ ਆ, ਕਈ ਵਾਰੀ ਤੁਹਾਡੇ ਸਵਾਲ ਦੇ ਵਿੱਚ ਜਵਾਬ ਵੀ ਹੁੰਦਾ ਤੇ ਸਵਾਲ ਵੀ ਹੁੰਦਾ।
ਪਲੀਜ਼ ਮੇਰੀ ਗੱਲ ਨੂੰ ਵੀ ਸੁਣੋ। ਇਸ ਤੋਂ ਕਿਸੇ ਨੂੰ ਨਹੀਂ ਕੱਟੂੰਗਾ, ਮੇਰੇ ਤੇ ਜਿੰਨਾ ਮਰਜ਼ੀ ਫੋਨ ਕਰੋ, ਜਿੰਨਾ ਤੁਸੀਂ ਟਾਈਮ ਲੈਣਾ। ਅਗਰ ਤੁਹਾਡੀ ਵਾਜਬ ਗੱਲ ਹੋਏਗੀ ਅਸੀਂ ਉਹਨੂੰ 20 ਮਿੰਟ ਤੱਕ ਵੀ ਸੁਣਾਂਗੇ, ਲੇਕਿਨ ਤੁਸੀਂ ਜਵਾਬ ਗੱਲ ਵੀ ਸੁਣੋ ਤਾਂ ਕਿ ਇੱਕ ਤਰ੍ਹਾਂ ਦੀ ਵਿਚਾਰਧਾਰਾ ਬਣੇ, ਦੋਨਾਂ ਦਾ ਪਤਾ ਲੱਗ ਸਕੇ। ਸਵਾਲ ਇਹ ਬਹੁਤ ਵਧੀਆ ਮੋਹਨ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਕਹੀ ਆ, ਮੋਹਨ ਲਾਲ ਜੀ ਕੈਨੇਡਾ ਤੋਂ ਬਹੁਤ ਵਧੀਆ ਇਹਨਾਂ ਨੇ ਗੱਲ ਕਹੀ ਵੀ ਜਿਹੜੇ ਬਾਬਾ ਸਾਹਿਬ ਨੇ ਇੰਨਾ ਕੁਛ ਕਿਹਾ ਵੀ ਭਾਈ ਇੱਕ ਹੋ ਜਾਓ, 85% ਲੋਕ ਇੱਕ ਹੋ ਜਾਓ। ਕਾਂਸ਼ੀ ਰਾਮ ਨੇ ਸਾਰੀ ਜ਼ਿੰਦਗੀ ਲਾਤੀ, ਉਦੋਂ ਇਹਨਾਂ ਨੇ ਸਾਨੂੰ ਚੂੜੇ ਚਮਾਰ ਵਾਲੇ ਲਫ਼ਜ਼ ਵਰਤੇ, DS4 ਝੱਗਾ ਹੋਰ, ਪਜਾਮਾ ਹੋਰ ਤੇ ਝੱਗਾ ਹੋਰ, ਇਹ ਲਫ਼ਜ਼ ਰੱਖੇ। ਅੱਜ ਉਹ ਗੱਲ ਦਾ ਪਤਾ ਲੱਗਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ। ਜੇ ਸਾਰੇ ਇਕੱਠੇ ਹੋਵਾਂਗੇ ਤਾਂ ਹੀ ਸਾਰਿਆਂ ਦੀ ਇਹ ਗੱਲ ਬਣਨੀ। ਜੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ, ਜੇ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਥੱਲੇ ਆ ਜਾਂਦੇ, ਉਹ ਇੱਕ ਦਿਨ ਲੱਗਣਾ ਸੀ ਅੰਦੋਲਨ ਨੂੰ, ਇੱਕ ਦਿਨ ਦੇ ਵਿੱਚ ਸਾਰਾ ਕੁਝ ਹੋ ਜਾਣਾ ਸੀ। ਅਸੀਂ ਲਈ ਆ ਇੱਕ ਦਿਨ ਦੇ ਵਿੱਚ, ਜਦੋਂ ਮੋਦੀ ਨੇ ST ਕਿਹੜਾ ਸੀਗਾ ਜੀ, SC ਦਾ ਕਿ ਨਹੀਂ ਦੂਜਾ ਸੀਗਾ ਸ਼ਡਿਊਲਡ ਕਾਸਟ ਦੀ ਅਰਜੀ ਦਾ, ਮੈਂ ਮਾਫ ਕਰਨਾ ਉਸ ਛੋਟੀ ਫਾਰਮ ਭੁੱਲ ਗਿਆ, ਉਹਨੂੰ ਇੱਕ ਦਿਨ ਦੇ ਵਿੱਚ ਵਾਪਸ ਕਰਾਇਆ ਸੀ ਜੀ। ਜੈ ਗੁਰਦੇਵ ਜੈ ਭੀਮ ਜੀ। ਕਾਲ ਕੱਟੀ ਗਈ। ਹਾਂਜੀ, ਅਸੀਂ ਇੱਕ ਗੱਲ ਕਰਨੀ ਚਾਹੂੰਗਾ ਜੀ। ਪਹਿਲਾਂ ਮੈਂ ਬਾਦਲ ਸਾਹਿਬ ਦੀ ਗੱਲ ਕਰਨੀ ਚਾਹੁੰਦਾ, ਰਾਜਪਾਲ ਜੀ। ਇਹ ਜੋ ਕਰਦਾ ਉਹਨਾਂ ਨੂੰ ਜੀ ਗੱਲ ਕੀਤੀ, ਅਸਲ ਦੇ ਵਿੱਚ ਜੋ ਸੁਖਬੀਰ ਬਾਦਲ ਤੇ ਅਟੈਕ ਹੋਇਆ, ਵੱਡੇ ਵੱਡੇ ਪਾਈਪ ਲੈ ਕੇ ਹੋਇਆ, ਸਾਰਾ ਕੁਛ ਇਹ ਲੋਕ ਆਰਗੇਨਾਈਜ਼ ਕਰਾ ਲੈਂਦੇ ਨੇ ਆਪਣੇ ਆਪ ਤੇ ਕਰਨੇ ਨੂੰ। ਤੇ ਮੈਂ ਇਹ ਨਹੀਂ ਕਹਿੰਦਾ ਉਹਨੇ ਕਰਾਇਆ, ਪਰ ਇੱਕ ਕਰ ਲੈਂਦੇ ਨੇ। ਜਿਹੜਾ ਹੁਣ ਉਹ ਲੋਕ ਜਿਹੜੇ 40 ਬੰਦਿਆਂ ਨੂੰ ਬੰਬਾਂ ਨਾਲ ਉਡਵਾ ਸਕਦੇ ਆ ਵੋਟਾਂ ਆਉਣ ਤੋਂ ਪਹਿਲਾਂ, ਜਾਂ ਪਾਕਿਸਤਾਨ ਦੇ ਵਿੱਚ ਜਾ ਕੇ ਜਹਾਜ਼ਾਂ ਨਾਲ ਅਟੈਕ ਕਰ ਸਕਦੇ ਆ, ਉੱਥੇ ਦੇ ਸੁੱਤੇ ਪਏ ਲੋਕਾਂ ਨੂੰ, ਅਣਭੋਲ ਲੋਕਾਂ ਦੇ ਅਟੈਕ ਕਰ ਸਕਦੇ ਨੇ, ਤੇ ਮਗਰ ਹੁਣ ਟੈਰਰਿਸਟ ਕਰਾਰ ਦਿੰਦੇ ਆ। ਇਹ ਕੁਝ ਵੀ ਕਰਾ ਸਕਦੇ ਨੇ। ਇਹਨਾਂ ਲੋਕਾਂ ਕੋਲੋਂ ਇਹੀ ਉਮੀਦ ਕੀਤੀ ਜਾਂਦੀ ਹੈ। ਇਹ ਲੋਕੋ ਇਹ ਅਸਲ ਦੇ ਵਿੱਚ ਕੀ ਹੈ, ਸਾਡੇ ਲੋਕਾਂ ਨੂੰ ਬਿਲਕੁਲ ਬੁੱਧੂ ਸਮਝਦੇ ਨੇ, ਬਿਲਕੁਲ ਬੁੱਧੂ। ਮੈਂ ਹਮੇਸ਼ਾ ਕਹਿੰਦਾ, ਆਪਾਂ ਲੋਕ ਜਦ ਤੱਕ ਅਸੀਂ ਇਕੱਠੇ ਹੋ ਕੇ ਨਾ ਗੱਲਾਂ ਪੋਲਿਟਿਕਸ ਨਹੀਂ ਸਮਝਦੇ। ਹੁਣ ਉਹ ਕੀ ਆ, ਪਿਛਲੇ ਜਿਸ ਦਿਨ ਤੋਂ ਆਪਾਂ ਅੰਦੋਲਨ ਥੱਲੇ ਨੂੰ ਜਾਣ ਲੱਗਿਆ ਸੀ, ਉਹ ਥੋੜ੍ਹੀ ਗਲਤੀਆਂ ਹੋਈਆਂ। ਉਸ ਤੋਂ ਬਾਅਦ ਇਹ ਤੁਸੀਂ ਸਾਰੇ ਨੋਟ ਕਰਦੇ ਹੋਵੋਗੇ, ਇਹ ਕਾਂਗਰਸ ਪਾਰਟੀ ਹੋਈ, ਅਕਾਲੀ ਦਲ ਹੋਇਆ, ਇਹ ਸਾਰੇ ਜਿਹੜੇ ਮੁੜ ਕੇ ਸਰਗਰਮ ਹੋ ਗਏ ਨੇ। ਇਹਨਾਂ ਨੂੰ ਲੱਗਿਆ ਵੀ ਇਹ ਕਿਸਾਨ ਡਿੱਗਣ ਲੱਗੇ ਨੇ ਤੇ ਹੁਣ ਵਧੀਆ। ਕਈਆਂ ਵਿੱਚੋਂ ਇਹਨਾਂ ਦੇ ਵਿੱਚੋਂ ਦਿਲਾਂ 'ਚ ਲੱਡੂ ਭੁਰਦੇ ਨੇ ਇਹਨਾਂ ਲੋਕਾਂ ਦੇ, ਤੇ ਇਹ ਲੋਕ ਮੁੜ ਕੇ ਰੀਆਰਗੇਨਾਈਜ਼ ਹੋਣ ਦੀ ਕੋਸ਼ਿਸ਼ ਫੇਰ ਕਰ ਰਹੇ ਨੇ ਆਪਸ ਦੇ ਵਿੱਚ ਵੀ। ਇਹਨਾਂ ਦੇ ਰਿਲੇਸ਼ਨਸ਼ਿਪ ਹੈਗੇ ਆ। ਇੱਥੇ ਤੱਕ ਸੁਣਿਆ ਜਾ ਰਿਹਾ ਕਿ ਬਾਦਲ ਹੋਣੀ ਜਾਂ ਸੁਖਬੀਰ ਹੋਣੀ ਭਾਜਪਾ ਨਾਲ ਸ਼ਾਬਾਸ਼ੀ ਵੀ ਦੇਣ ਤੱਕ ਜਾਂਦੇ ਪਏ ਨੇ, ਜਿੱਥੇ ਸੁਣਨ ਦੇ ਵਿੱਚ ਗੱਲਾਂ ਆਉਂਦੀਆਂ। ਤੇ ਉਹ ਕਰਦੇ ਕਿ ਕਿਸ ਤਰ੍ਹਾਂ ਬਹਿ ਕੇ ਗੱਲ ਕਰੀਏ ਤੇ ਕਿਸ ਤਰ੍ਹਾਂ ਗੱਲ ਨਿਬੇੜ ਲਈਏ। ਜਿਹੜੀ ਕਿ ਕਾਲ ਲੈ ਲਈ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂ, ਜੈ ਗੁਰਦੇਵ ਜੀ। ਚਾਲ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਆ ਡਾਕਟਰ ਅੰਬੇਡਕਰ ਦੇ ਬਾਰੇ, ਉਹ ਬਿਲਕੁਲ ਬਜ਼ਾਇਆ, ਬਿਲਕੁਲ ਸਹੀ ਸੀ। ਇਹ ਜੇ ਮਾਈਂਡ ਨਹੀਂ ਕਰਦੇ ਨਾ ਦੱਸਣਾ ਚਾਹੋਗੇ ਜੀ? ਮੈਂ ਹਰਬੰਸ ਲਾਲ ਬੋਲ ਰਿਹਾ। ਹਰਬੰਸ ਲਾਲ ਜੀ। ਕੁਲਵੰਤ ਜੀ ਜਾਂ ਜਸਵੰਤ ਜੀ ਨੇ ਗੱਲ ਕੀਤੀ ਸੀ ਕਿ ਜਿਹੜਾ ਬਾਦਲ ਤੇ ਤੁਸੀਂ ਕੁਐਸਚਨ ਸੀ, ਬਾਦਲ ਤੇ ਜਿਹੜਾ ਅਟੈਕ ਹੋਇਆ ਉਹਦੇ ਬਾਰੇ ਗੱਲ ਕੀਤੀ ਸੀ ਨਾ ਜੀ? ਹਾਂਜੀ। ਮੇਰਾ ਆਪਣਾ ਵਿਚਾਰ ਇਹ ਹੈ ਕਿ ਇਹ ਮੈਨੂਫੈਕਚਰਡ ਕੰਮ ਸੀ, ਜਿਹਨੂੰ ਤੁਸੀਂ ਆਰਗੇਨਾਈਜ਼ ਲਫ਼ਜ਼ ਵਰਤਿਆ, ਕਿਉਂਕਿ ਜਿਹੜੀ ਅਕਾਲੀ ਪਾਰਟੀ ਹੈ ਉਹਦਾ ਵਕਾਰ ਬਹੁਤ ਥੱਲੇ ਡਿੱਗਿਆ ਹੋਇਆ ਜੀ। ਉਹ ਮੈਨੂੰ ਤਾਂ ਇਦਾਂ ਲੱਗਦਾ ਕਿ ਸੈਂਟਰ ਚੋਂ ਬਾਹਰ ਇਸੇ ਕਰਕੇ ਆਈ ਆਪਣਾ ਵਕਾਰ ਪੈਦਾ ਕਰਨ ਵਾਸਤੇ ਜੀ। ਇਹ ਬਿਲਕੁਲ ਕਹਿਣਾ, ਮੈਨੂੰ ਇਦਾਂ ਲੱਗਦਾ ਕਿ ਉਹ ਹੱਲੇ ਵੀ ਇਕੱਠੇ ਆ ਜੀ। ਉਹ ਜੁਦੇ ਨਹੀਂ ਹੈ, ਪਰ ਉਹ ਸ਼ੋਅ ਕਰਦੇ ਆ ਜੁਦੇ, ਕਿਉਂਕਿ ਪੰਜਾਬ ਦੇ ਵਿੱਚ ਅਗਰ ਅਕਾਲੀ ਪਾਰਟੀ ਦਾ ਵਕਾਰ ਡਿੱਗਿਆ ਤਾਂ ਵਕਾਰ ਬਣਾਉਣਾ ਤਾਂ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਤੋਂ ਲਾ ਲਾ ਤੁਸੀਂ ਜਿਹੜੀ ਐਜੀਟੇਸ਼ਨ ਜਿਹੜੀਆਂ ਉਹਨਾਂ ਨੇ ਸਪੀਚਿਸ ਕੀਤੀਆਂ, ਉਹ ਤੇ ਜ਼ਾਹਿਰ ਹੁੰਦਾ ਆ ਕਿ ਉਹ ਹਰ ਕੀਮਤ ਤੇ ਆਪਣਾ ਵਕਾਰ ਨੂੰ ਉੱਤੇ ਬਤਾਉਣਾ ਚਾਹੁੰਦੇ ਆ। ਇਹ ਜਿਹੜਾ ਅਟੈਕ ਹੋਇਆ ਇਹ ਆਰਗੇਨਾਈਜ਼ਡ ਹੈ, ਚਾਹੇ ਉਹ BJP ਵੱਲੋਂ ਹੋਇਆ ਚਾਹੇ ਅਕਾਲੀਆਂ ਵੱਲੋਂ ਹੋਇਆ। ਲੇਕਿਨ ਉੱਥੇ ਇੱਕ ਧਾਰਨਾ ਬਣੀ ਹੋਈ ਹੈ ਕਿ ਕਿਉਂਕਿ ਅਕਾਲੀ ਔਰ ਕਾਂਗਰਸ ਦੀ ਉੱਥੇ ਗਵਰਨਮੈਂਟ ਹੈ ਤੇ ਇੱਕ ਦੂਜੇ ਉੱਤੇ ਹੋਰ ਲਾਂਛਨ ਲਾਉਂਦੇ ਰਹਿੰਦੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਸਵੰਤ ਜੀ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਕਿ ਮੈਨੂਫੈਕਚਰਡ ਹੈ, ਆਰਗੇਨਾਈਜ਼ਡ ਹੈ, ਦੂਸਰਿਆਂ ਨੂੰ ਬਦਨਾਮ ਕਰਨ ਵਾਸਤੇ, ਆਪਣੇ ਵਕਾਰ ਨੂੰ ਉੱਚਾ ਕਰਨ ਵਾਸਤੇ ਹੈ। ਧੰਨਵਾਦ। ਭਗਵੰਤ ਸਿੰਘ ਜੀ ਨਾਮ ਮੇਰਾ। ਮੈਂ ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਦੇ ਹਾਂ। ਅਸੀਂ ਹਾਂ ਦਾ ਨਾਰਾ ਵੀ ਮਾਰਦੇ ਹਾਂ, ਲੇਕਿਨ ਅਸੀਂ ਆਲੇ ਦੁਆਲੇ ਬਚ ਕੇ ਵੀ ਦੇਖਦੇ ਹਾਂ। ਇਸੇ ਲਈ ਅਸੀਂ ਇਸ ਪ੍ਰੋਗਰਾਮ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ। ਮੈਂ ਇਹ ਜਦੋਂ ਦੀਪ ਸਿੱਧੂ ਲੈ ਕੇ ਆਇਆ ਸੀ ਮੋਰਚਾ ਆਪਣਾ, ਜਿਸ ਤਰੀਕੇ ਨਾਲ ਦੀਪ ਸਿੱਧੂ ਚੱਲ ਰਿਹਾ ਸੀ, ਅਸੀਂ ਦੱਸਣਾ ਸ਼ੁਰੂ ਕਰ ਦਿੱਤਾ ਸੀ ਬਈ ਮੋਰਚੇ ਦੇ ਵਿੱਚ ਜਦੋਂ ਹਰਿਆਣੇ ਦੇ ਵਿੱਚ ਹਰਿਆਣੇ ਵਾਲਿਆਂ ਨੂੰ ਤਾਂ ਪੱਟਣਾ ਪਿਆ, ਦੀਪ ਸਿੱਧੂ ਸਿੱਧਾ ਜਾ ਕੇ ਬੈਠ ਗਿਆ। ਦੀਪ ਸਿੱਧੂ ਬਾਰ-ਬਾਰ ਕਹੀ ਜਾਂਦਾ ਸੀ ਸੰਤਾਂ ਦੀ ਫੋਟੋ ਲਾਵੇ ਟਰੈਕਟਰ ਤੇ, ਸੰਤਾਂ ਦੀ ਫੋਟੋ ਲਾਵੇ ਟਰੈਕਟਰ ਤੇ।
ਬਾਰ-ਬਾਰ ਉਹ ਕਹੀ ਜਾ ਰਿਹਾ ਸੀਗਾ ਵੀ ਅਸੀਂ ਕਿ ਝੰਡਾ ਲੈ ਕੇ ਜਾਣਾ ਜੀ, ਨਿਸ਼ਾਨ ਸਾਹਿਬ ਲੈ ਕੇ ਜਾਣਾ। ਅਸੀਂ ਤੁਹਾਨੂੰ ਅਵੇਅਰ ਕਰਦੇ ਸੀ ਭਾਈ ਕਿਤੇ ਨਾ ਕਿਤੇ ਸਰਕਾਰ ਇਹਨੂੰ ਹੱਲਾਸ਼ੇਰੀ ਦੇ ਰਹੀ, ਉਹ ਗੱਲ ਸਾਹਮਣੇ ਆਈ ਆ। ਅੱਜ ਜੇ ਉਹਦੇ ਨਾਲ ਖੜੇ ਆ ਉਹੀ ਇੱਕ ਤਰਫਾ ਲੋਕ ਖੜੇ ਨੇ ਜਿਹੜੇ ਚਾਹੁੰਦੇ ਸੀ ਦੀਪ ਸਿੱਧੂ ਕੋਲ। ਇਹ ਦੋ ਤਰ੍ਹਾਂ ਦੀ ਲੜਾਈ, ਪਿਛਲੀ ਵਾਰ ਦੱਸਿਆ ਦੋ ਤਰ੍ਹਾਂ ਦੀ ਲੜਾਈ ਉੱਥੇ ਲੜ ਰਹੇ, ਸਿੱਖ ਵੀ ਲੜ ਰਹੇ ਨੇ, ਜਿਹੜੇ ਕੁਛ ਗਰਮ ਖਿਆਲੀ ਲੋਕ ਨੇ ਉਹ ਵੀ ਆਪਣੀ ਮਾਰ ਦੇ ਵਿੱਚ ਬੈਠੇ ਨੇ। ਇਹ ਗੱਲ ਅਸੀਂ ਟਕੇਤ 'ਤੇ ਵੀ ਕਰਨ ਜਾ ਰਹੇ ਹਾਂ, ਦੱਸਾਂਗੇ ਵੀ ਉਹ ਕੀ ਹੈ ਜੀ। ਕਾਲਜ ਜੈ ਗੁਰਦੇਵ ਜੈ ਭੀਮ ਜੀ। ਹੈਲੋ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਅਸੀਂ ਗੱਲ ਕਰ ਸਕਦੇ ਭਗਵੰਤ ਹੋਣਾ ਨਾਲ? ਹਾਂਜੀ ਕਰੋ ਜੀ। ਹਾਂਜੀ ਭੈਣ ਜੀ। ਅੱਛਾ ਚਾਲ ਭਗਵੰਤ ਦੂਜਾ ਮੁੰਡਾ ਵੀ ਅੱਜ ਤਿੰਨੇ ਜਾਣੇ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਆ। ਮਿਹਰਬਾਨੀ ਭੈਣ ਜੀ। ਹਾਂਜੀ, ਤੇ ਮੈਂ ਕਹਿਣਾ ਚਾਹੁੰਦੀ, ਮੇਰੀ ਆਪਣੀ ਓਪੀਨੀਅਨ ਆ, ਮੈਂ ਕਿਸੇ ਦੀ ਨਹੀਂ ਸੁਣਦੀ। ਜਿਹੜੇ ਬਾਦਲ ਹੋਣਾ ਤੇ ਟਿਕ ਕੀਤਾ ਉਹ ਉਹਨਾਂ ਦੀ ਆਪਣੀ ਆਪ ਕਰਵਾਈ ਹੋਈ ਸ਼ਰਤ ਆ ਜੀ। ਦੂਜੀ ਗੱਲ ਆ ਕਿ ਅੱਜ ਮੈਂ ਦੇਖਿਆ ਸੀ ਸਿਮਰਨ ਕੌਰ ਬਾਦਲ ਬੱਸ 'ਚ ਬੈਠੀ ਜਾਂਦੀ ਸੀ ਬਾਰਡਰ ਤੇ ਉਹਨਾਂ ਨੂੰ ਮਿਲਣ ਵਾਸਤੇ। ਤੇ ਜਿੱਦਣ ਇਹ ਸਿਮਰਨ ਕੌਰ ਬਾਦਲ ਕਾਨੂੰਨ ਜਿੱਦਣ ਬਣੇ ਕਹਿੰਦੇ ਇਹ ਉੱਥੇ ਸੀਗੀ। ਇਹ ਸਾਨੂੰ ਕਿੱਦਾਂ ਦਿਸਦੀ ਆ ਕਿ ਇਹ ਵਿੱਚੋਂ ਨਾ ਨਾਲ ਦੇ ਆ, ਬਾਹਰੋਂ ਸਾਨੂੰ ਦਿਖਾ ਦਿੰਦੇ ਆ। ਬਿਲਕੁਲ ਠੀਕ ਹੈ ਜੀ, ਬਹੁਤ ਮਿਹਰਬਾਨੀ। ਅਸੀਂ ਲੈ ਕੇ ਆ ਰਹੇ ਹਾਂ ਗੱਲ। ਬਹੁਤ ਮਿਹਰਬਾਨੀ ਜੀ, ਤੁਹਾਡੀ ਗੱਲ ਸਮਝ ਆ ਗਈ ਆ। ਸਾਡੇ ਕੋਲ ਮਿੰਟ ਥੋੜੇ ਰਹਿ ਗਿਆ, ਇਸ ਕਰਕੇ ਜਿਹੜੀ ਤੇ ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਕਰਦੇ, ਇਦਾਂ ਕਰਦੇ ਰਹੋ, ਫਾਰਮਾਂ ਦੀ ਸਪੋਰਟ ਕਰਦੇ ਰਹੋ ਜੀ। ਰਾਮਪਾਲ ਜੀ ਸਵਾਲ ਆ ਤੁਹਾਨੂੰ, ਪਹਿਲਾਂ ਸੁਣਿਓ ਚੰਗੀ ਤਰ੍ਹਾਂ ਮੈਂ ਕੀ ਕਹਿ ਰਿਹਾ। ਸਵਾਲ ਆ ਰਿਹਾ ਰਾਜਪਾਲ ਜੀ, ਅਸੀਂ ਇਹ ਕਹਿ ਰਹੇ ਸੀਗੇ ਕਿ ਦੀਪ ਸਿੱਧੂ ਜਿਹੜਾ, ਜੇ ਕੋਈ ਕਾਲ ਆਵੇ ਤਾਂ ਥੋੜ੍ਹੀ ਦੇਰ ਵੇਟ ਕਰੇ। ਜੇ ਦੀਪ ਸਿੱਧੂ ਦੀ ਅਸੀਂ ਕੱਲੀ ਗੱਲ ਬਾਚ ਰਹੇ ਸੀ, ਇਸ ਵੇਲੇ ਕੀ ਕਹਿ ਰਿਹਾ, ਇਸ ਵੇਲੇ ਕੀ ਕਹਿ ਰਿਹਾ, ਕੌਣ ਕਰਾ ਰਿਹਾ, ਐਂਡ 'ਤੇ ਗੱਲ ਸਾਹਮਣੇ ਆ ਗਈ। ਬਦਨਾਮ ਕਰਨ ਦੀ ਕੋਸ਼ਿਸ਼ ਕੀਤਾ ਗਿਆ, ਪੂਰੇ ਵਰਲਡ ਲੈਵਲ 'ਤੇ ਦਿਖਾਇਆ ਗਿਆ ਵੀ ਦੇਖੋ ਵੀ ਇਹ ਤਾਂ ਇੱਦਾਂ ਵੀ ਕਰ ਸਕਦੇ, ਖੁੱਲ੍ਹਿਆਂ ਛੱਡਤਾ ਕਰ ਲਓ ਜੋ ਕਰਨਾ। ਉਹ ਸਰ ਮੀਡੀਆ ਨੂੰ ਦਿਖਾਉਣ ਲਈ, ਬਾਹਰ ਦੇ ਮੀਡੀਆ ਨੂੰ ਵੀ ਇਹ ਤਾਂ ਲੋਕ ਇੱਦਾਂ ਕਰਦੇ ਆ, ਜਦ ਕਿ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਸ ਨੂੰ ਜਿੱਤ ਸਕਦੇ। ਦਿੱਲੀ ਨਹੀਂ ਜਿੱਤਣੀ, ਅਸੀਂ ਆਪਣੇ ਕਾਨੂੰਨਾਂ ਨੂੰ ਵਾਪਸ ਲੈਣਾ ਹੈ। ਹੁਣ ਜਿਹੜੀ ਨਵੀਂ ਜਿਸ ਦਿਨ ਇਹ ਪ੍ਰੋਬਲਮ ਆਈ ਆ ਤਾਂ ਗਾਜ਼ੀਆਬਾਦ ਵਿਹਲਾ ਕੀਤਾ ਗਿਆ। ਬੜੇ ਧਿਆਨ ਦੇ ਨਾਲ ਦੇਖਣਾ ਆਪਣੀ ਤੁਹਾਡੀ ਜਿਹੜੀ ਆ ਥਿੰਕਿੰਗ ਜਿਹੜੀ ਆ, ਜਿਹਨੂੰ ਸਿਕਸ ਸੈਂਸ ਕਹਿ ਦਿੰਦੇ ਆ, ਸੈਂਸ ਕਹਿ ਦਿੰਦੇ ਆ, ਉਹਨੂੰ ਮਾੜਾ ਜਿਹਾ ਖਿਆਲ ਨਾਲ ਸੋਚ ਕੇ ਦੇਖਿਓ ਬਈ ਗਾਜ਼ੀਆਬਾਦ ਦਾ ਬਾਰਡਰ ਵਿਹਲਾ ਹੋ ਗਿਆ, ਲੇਕਿਨ ਇੱਕ ਵਿਅਕਤੀ ਉਹ ਹੰਝੂ ਬਹਾਉਂਦਾ ਉਹਦੇ ਨਾਲ ਹਜ਼ਾਰਾਂ ਲੱਖਾਂ ਲੋਕ ਫੇਰ ਆ ਕੇ ਉਸ ਜਗ੍ਹਾ ਤੇ ਬਹਿ ਗਏ। 2 ਲੱਖ ਬੰਦਾ ਆ ਗਿਆ, ਚਲੋ 2 ਲੱਖ ਲੋਕ ਆ ਕੇ ਬਹਿ ਗਏ। ਹੁਣ ਸੋਚਣ ਤੇ ਸਮਝਣ ਵਾਲੀ ਗੱਲ ਹੈ ਬਈ ਬਾਕੀ ਬਾਰਡਰਾਂ 'ਤੇ ਤਾਂ ਕਿਹਾ ਗਿਆ ਸੀ ਵੀ ਅਸੀਂ ਕਿਸੇ ਵੀ ਲੀਡਰ ਨੂੰ ਬਣ ਨਹੀਂ ਦੇਣਾ, ਭਾਵੇਂ ਉਹ ਕਾਂਗਰਸ ਦਾ ਹੋਵੇ ਚਾਹੇ ਅਕਾਲੀਆਂ ਦਾ ਹੋਵੇ। ਲੇਕਿਨ ਇੱਥੇ ਸੁਖਬੀਰ ਬਾਦਲ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਾਣੀ ਜਲ ਲਿਆ ਜੋ ਉਹ ਉਹਨੂੰ ਛਕਾਉਂਦਾ, ਔਰ ਕਈ ਵੀ ਕਿਹਾ ਗਿਆ ਵੀ ਸੋਨੇ ਦੀ ਭੇਂਟ ਕੀਤੀ ਗਈ। ਉਹਦਾ ਨਾਂ ਹੈਗਾ ਜੀ ਰਕੇਸ਼ ਟਕੈਤ। ਉਹਦਾ ਜਿਹੜਾ ਡੈਡੀ ਆ, ਫਾਦਰ ਆ ਮਹਿੰਦਰ ਸਿੰਘ, ਉਹ ਵੀ ਬਹੁਤ ਵੱਡਾ ਜਿਹੜਾ ਕਿਸਾਨੀ ਅੰਦੋਲਨ 'ਚ ਰਿਹਾ। 40 ਕੇਸ ਸੀ ਉਹਦੇ 'ਤੇ, ਜਿਹੜੇ ਇਹਦੇ 'ਤੇ ਕੇਸ ਸੀ ਰਕੇਸ਼ 'ਤੇ, ਜਿਹੜੇ ਉਦੋਂ ਸ਼ੁਰੂ ਹੁੰਦੇ ਆਏ ਸੀ। ਭੈਣ ਜੀ ਮਾਇਆਵਤੀ ਨੇ ਉਹ ਖਾਰਜ ਕੀਤੇ ਸੀ। ਮੈਂ ਇਹ ਨਹੀਂ ਕਹਿ ਰਿਹਾ, ਜੋ ਮੈਂ ਹੁਣ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ, ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਸਹੀ ਹੋਊਗਾ। ਉਦੋਂ ਵੀ ਮੈਂ ਇਹ ਗੱਲ ਕਹੀ ਸੀ ਵੀ ਅਸੀਂ ਸਮੇਂ ਤੋਂ ਪਹਿਲਾਂ ਦੀ ਸ਼ਾਇਦ ਗੱਲ ਕਰ ਦਈਏ। ਗੱਲ ਕਰਨ ਰਿਹਾ ਵੀ ਜਿਹੜਾ ਰਕੇਸ਼ ਆ, ਉਹ ਇਹਦਾ ਜਿਹੜਾ ਡੈਡੀ ਆ, ਉਹਦੇ ਕੋਲ 24 ਖੇਤ ਸੀਗੇ। 2 ਭਰਾ ਸੀ, ਦੋਵਾਂ ਦੇ ਫਿਰ 12-12 ਆਏ। ਹੁਣ 2 ਖੇਤਾਂ ਦੇ ਵਿੱਚੋਂ ਇਸ ਵੇਲੇ 3 ਗੱਡੀਆਂ ਜਿਹੜੀਆਂ ਦੇ ਸ਼ੋਰੂਮ ਆ ਟਕੇਤ ਦੇ, ਔਰ 7 ਪੈਟਰੋਲ ਪੰਪ ਆ, 2 ਗੈਸ ਏਜੰਸੀਆਂ ਆ, 10 ਮੈਰਿਜ ਪੈਲਸ ਨਹੀਂ, ਖੇਤ ਜਿਹੜੇ ਵੱਡੇ ਫਾਰਮ ਹੁੰਦੇ। ਉਸ ਤੋਂ ਬਾਅਦ ਉਹਨਾਂ ਕੋਲ ਹੋਰ ਵੀ ਨਿਕਸੁਕ ਹੈਗੀ ਆ। ਮੈਂ ਨਹੀਂ ਕਹਿੰਦਾ ਹੋ ਸਕਦਾ, ਕਿਸੇ ਕੋਲ ਵੀ ਹੋ ਸਕਦਾ, ਉਹਨਾਂ ਦਾ ਪਰਸਨਲ ਕੰਮ ਵੀ ਹੋ ਸਕਦਾ, ਕੋਈ ਹੋਰ ਕੰਮ ਵੀ ਕਰਦਾ ਹੋਵੇ। ਪਲੱਸ ਜਿਹੜਾ ਸਾਨੂੰ ਜਾਗਦੀਆਂ ਅੱਖਾਂ ਨਾਲ ਦੇਖਣਾ ਪੈਣਾ, ਉਹਦਾ ਉੱਥੇ ਬਾਦਲ ਦਾ ਆਉਣਾ, ਪਰ ਛੋਟੇ ਸੁਖਬੀਰ ਬਾਦਲ ਦਾ ਆਉਣਾ। ਕਿਉਂ? ਜਦ ਕਿ ਰੋਕਿਆ ਗਿਆ ਸੀ ਉੱਥੇ, ਕਿਉਂ ਨਹੀਂ ਕਿਸਾਨ? ਫਿਰ ਉਹ ਕਿਸਾਨ ਕਿਉਂ ਨਹੀਂ ਗਏ ਕਹਿਣ ਵੀ ਕਿਉਂ ਬਈ ਅਸੀਂ ਤਾਂ ਕਿਹਾ ਸੀ ਇੱਥੇ ਆਉਣਾ ਨਹੀਂ, ਇਹ ਕਿਉਂ ਆ ਰਿਹਾ? ਇਹ 'ਤੇ ਮੈਂ ਰਾਜਪਾਲ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਕਾਫੀ ਤੁਸੀਂ ਕਹਿੰਦੇ ਟਕੇਤ ਨੂੰ ਜਾਣਦੇ ਹੋ, ਕੀ ਇਹ ਵੀ ਇੱਕ ਸਰਕਾਰ ਦਾ, ਮੈਂ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਵੀ ਸ਼ਾਇਦ ਸਮੇਂ ਤੋਂ ਪਹਿਲਾਂ ਦੀ ਮੈਂ ਗੱਲ ਕਹਿ ਦੇਵਾਂ, ਜਾਣ ਬੁੱਝ ਕੇ ਪਲਾਂਟ ਕੀਤਾ ਬੰਦਾ ਤਾਂ ਨਹੀਂ ਹੈ ਜੀ ਰਾਜ ਜੀ। ਦੇਖੋ ਜੀ, ਜਦੋਂ
ਜਦੋਂ ਸਰਕਾਰ ਦੇ ਵਿੱਚ ਤੇ ਕਿਸਾਨਾਂ ਦੇ ਲੀਡਰਾਂ ਦੇ ਵਿੱਚ ਜਦੋਂ ਮੁਲਾਕਾਤਾਂ ਹੋ ਰਹੀਆਂ ਸੀਗੀਆਂ, ਜਦੋਂ ਨੈਗੋਸ਼ੀਏਸ਼ਨ ਹੋ ਰਹੀਆਂ ਸੀ ਜੀ, ਉਦੋਂ ਵੀ ਕਈ ਲੋਕਾਂ ਨੇ ਇਹ ਗੱਲ ਕਹੀ ਸੀਗੀ ਕਿ ਰਾਕੇਸ਼ ਟਿਕੈਤ ਸਰਕਾਰੀ ਪਿੱਠੂ ਹੈਗਾ। ਠੀਕ ਹੈ ਜੀ, ਰਾਕੇਸ਼ ਟਿਕੈਤ ਨੇ ਝੂਠ ਨਹੀਂ ਬੋਲਿਆ ਹੈਗਾ। ਉਹ ਆਪਣੇ ਆਪ ਕਹਿੰਦਾ ਹੈਗਾ ਕਿ ਜਿਹੜੀਆਂ ਪਿਛਲੀਆਂ ਇਲੈਕਸ਼ਨ ਸੀ ਔਰ ਉਸ ਤੋਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਨਾ ਕਿ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਸੀਗੀ। ਠੀਕ ਹੈ, ਉਹਦੇ ਵਿੱਚ ਜਿਹੜੀ ਫੀਲਿੰਗ ਹੈ ਦਗਾ ਦੀ, ਜਿਹੜੀ ਦਗੇ ਦੀ ਫੀਲਿੰਗ ਹੈ ਉਹ ਹੁਣ ਬਹੁਤ ਹਾਈ ਹੈ। ਠੀਕ ਹੈ, ਅਸੀਂ ਇਨਸਾਨ ਨੂੰ ਠੀਕ ਹੈ ਦੋ ਗੱਲਾਂ ਤੋਂ ਅਸੀਂ ਜੱਜ ਕਰ ਸਕਦੇ ਹਾਂ, ਉਹਦਾ ਚਾਲ ਚੱਲਣ। ਇੱਕ ਉਹ ਕਹਿੰਦਾ ਕੀ ਹੈ, ਇੱਕ ਉਹ ਕਰਦਾ ਕੀ ਹੈ। ਇੱਕ ਸੈਕਿੰਡ ਹੋਲਡ ਕਰਨਾ ਜੀ। ਜੈ ਗੁਰਦੇਵ ਜੈ ਭੀਮ ਜੀ, ਜੈ ਗੁਰਦੇਵ ਜੈ ਭੀਮ ਜੀ। ਹੈਲੋ ਚਾਲ ਸਾਹਿਬ ਜੀ, ਮੈਂ ਹਰਭਜਨ ਸਿੰਘ ਬੋਲਦਾ। ਹਰਭਜਨ ਜੀ 3 ਮਿੰਟ ਆ ਸਾਡੇ ਕੋਲ। 3 ਮਿੰਟ ਆ? ਹਾਂਜੀ, ਕਰੋ ਗੱਲ। ਚਲੋ ਬਹੁਤ ਕੁਝ ਕਿਹਾ ਗਿਆ ਹੈਗਾ ਜੀ। ਪਹਿਲੀ ਗੱਲ ਤਾਂ ਸਿੱਧੀ ਸਟੇਟ ਵੱਲ ਕੇ ਜੋ ਕੁਝ ਵੀ ਹੋਇਆ ਨਾ ਜੀ, ਇਹ ਜਿਹੜੀ ਗਵਰਨਮੈਂਟ ਬੈਠੀ ਹੈ ਇਹਨੇ ਸਭ ਕੁਝ ਜਾਣ ਬੁੱਝ ਕੇ ਇਹਦਾ ਪਲਾਟ ਬਣਾਇਆ ਜੀ। ਇਹ ਡਰਾਮਾ ਸਭ ਕੁਝ ਇਹਨਾਂ ਲੋਕਾਂ ਨੇ ਕਰਾਇਆ ਜੀ। ਔਰ ਜੇ ਹੋਮ ਸੈਕਟਰੀ ਨੇ ਆਪਣੀ ਕੋਈ, ਪਹਿਲੀ ਗੱਲ ਤਾਂ ਇਹ ਅੱਜ ਤੋਂ ਨਹੀਂ, ਜਿੱਦਣ ਤੋਂ ਵੀ ਇਹ ਆਦਮੀ ਆਇਆ ਇਹਨੇ ਕੋਈ ਰਿਸਪੌਂਸਿਬਿਲਟੀ ਨਹੀਂ ਸਮਝੀ ਆਪਣੀ ਕਿ ਇਹਦਾ ਫਰਜ਼ ਕੀ ਬਣਦਾ ਐਜ਼ ਏ ਹੋਮ ਸੈਕਟਰੀ ਦਾ। ਇਹਦੀ ਜਿਹੜੀ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨਾ ਕਿ ਕੋਈ ਵੀ ਗੁੰਡਾ, ਕੋਈ ਵੀ ਆਦਮੀ ਮਤਲਬ ਆਣ ਕੇ ਉਸ ਕਨਸਟੀਟਿਊਸ਼ਨ ਦੀ ਉਲੰਘਣਾ ਨਹੀਂ ਕਰ ਸਕਦਾ। ਉਹ ਲੋਕੀ ਆਰਾਮ ਨਾਲ ਬੈਠੇ ਆ, ਆਪਣਾ ਮੁਜ਼ਾਹਰਾ ਕਰਦੇ ਨੇ, ਪੀਸਫੁਲੀ ਕਰਦੇ ਨੇ, ਔਰ ਇਹਨਾਂ ਦੇ ਗੁੰਡੇ ਜਾ ਕੇ ਉਹਨਾਂ ਨੂੰ ਗਾਲਾਂ ਕੱਢਦੇ ਆ, ਪੱਥਰ ਮਾਰਦੇ ਆ। ਔਰ ਇਹ ਹੋਮ ਸੈਕਟਰੀ ਦਾ ਫਰਜ਼ ਸੀਗਾ ਇਹ ਸਭ ਕੁਝ ਕਰਦਾ। ਜਿਹੜੇ ਹਥਿਆਰ ਆਏ ਸੀ ਜਾਂ ਜੋ ਵੀ ਮਤਲਬ ਘੋੜਿਆਂ ਦੇ ਚੜ੍ਹ ਕੇ ਨੰਗੀਆਂ ਤਲਵਾਰਾਂ, ਇਹ ਹੋਮ ਸੈਕਟਰੀ ਦਾ ਕੰਮ ਸੀ ਕਿ ਬਈ ਮੈਂ ਇਹ ਕੰਮ ਨਹੀਂ ਹੋਣ ਦੇਣਾ। ਜੀ ਸਦਕੇ ਆਓ, ਨੋ ਪ੍ਰੋਬਲਮ ਆ, ਪਰ ਤੁਸੀਂ ਹਥਿਆਰ ਨਹੀਂ ਚੱਕ ਸਕਦੇ। ਪਰ ਜਦ ਨਾ ਗੌਰਮੈਂਟਾਂ ਜਿਹੜੀਆਂ ਨਕਮੀਆਂ ਹੋਣ, ਚੋਰ ਹੋਣ, ਠੱਗ ਹੋਣ, ਜਿਨ੍ਹਾਂ ਦੇ ਵਿੱਚ ਕਮਜ਼ੋਰੀਆਂ ਹੋਣ, ਉਹ ਇਦਾਂ ਦੀਆਂ ਗੱਲਾਂ, ਇਹੋ ਜਿਹਾ ਸਟਰੋਂਗ ਫੈਸਲੇ ਨਹੀਂ ਲੈ ਸਕਦੇ। ਇਹ ਮੈਂ ਤੁਹਾਨੂੰ ਦੱਸਣਾ, ਅਗਰ ਹੋਮ ਸੈਕਟਰੀ ਸੱਚਾ ਹੋਵੇ, ਇਮਾਨਦਾਰ ਹੋਵੇ, ਦੇਸ਼ ਭਗਤ ਹੋਵੇ, ਉਹ ਕੋਈ ਵੀ ਇਦਾਂ ਦੀ ਕਰਾਊਡ ਹੋਵੇ ਉਹਨੂੰ ਕਹਿ ਸਕਦਾ ਤੁਸੀਂ ਮੁਜ਼ਾਹਰਾ ਕਰੋ, ਕੋਈ ਪ੍ਰੋਬਲਮ ਨਹੀਂ, ਤੁਹਾਡਾ ਹੱਕ ਆ। ਲੇਕਿਨ ਮੈਂ ਤੁਹਾਨੂੰ ਹਥਿਆਰ ਫੜ ਕੇ ਨਹੀਂ ਆਉਣ ਦੇਣਾ, ਨਹੀਂ ਤਾਂ ਮੇਰੀ ਆਰਮੀ ਖੜੀ ਆ, ਮੈਂ ਇਸ ਆਰਮੀ ਨੂੰ ਕਹਿ ਦਾਂਗਾ ਗਨ ਦਾ ਦਰਵਾਜ਼ਾ ਖੋਲ ਦਿਓ, ਜਿਹੜੇ ਮਰਦੇ ਉਹਨੂੰ ਮਰਨ ਦਿਓ। ਪਰ ਇਹ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਗਵਰਨਮੈਂਟਾਂ, ਜਿਹੜੀਆਂ ਮਿਨਿਸਟਰ, ਜਿਹੜੇ ਲੀਡਰ ਆ, ਉਹਨਾਂ ਕੋਲ ਗਟਸ ਨਹੀਂ ਗੇ, ਕਿਉਂਕਿ ਉਹ ਕਰਪਟ ਲੋਕ ਨੇ। ਮਿਹਰਬਾਨੀ ਜੀ। ਮੈਂ ਛੇਕਰ ਤੇ ਗੱਲ ਕਹਾਂਗਾ ਜੀ। ਪਹਿਲੀ ਗੱਲ ਤਾਂ ਮੈਂ ਕੁਝ ਲੋਕਾਂ ਨੂੰ ਵੀ ਗੱਲ ਕਲੀਅਰ ਕਰਦਾ, ਕੁਝ ਸਾਡੇ ਨਾ ਸਮਾਜ ਦੇ ਵਿੱਚ ਕੋਈ ਥੋੜੀ ਜਿਹੀ ਤਕਲੀਫ ਹੈਗੀ ਆ, ਬਹੁਤ ਨਕਮੀਆਂ ਜਿਹੀਆਂ ਗੱਲਾਂ ਇੱਥੇ ਲੋਕੀ ਕਰਕੇ ਜਾਂਦੇ ਆ। ਉਹਨਾਂ ਨੇ ਤਿਰੰਗੇ ਝੰਡੇ ਨੂੰ ਬਿਲਕੁਲ ਹੱਥ ਨਹੀਂ ਲਾਇਆ। ਉਹਨਾਂ ਕੋਲ ਖੁਦ ਝੰਡੇ ਫੜੇ ਹੋਏ ਸੀਗੇ, ਉਹਨਾਂ ਨੇ ਆਪਣਾ ਝੰਡਾ ਚੜਾਇਆ। ਚਲੋ ਨਹੀਂ ਚੜਾਉਣਾ ਚਾਹੀਦਾ ਹੈਗਾ, ਮੰਨਦਾ ਮੈਂ ਇਸ ਚੀਜ਼ ਨੂੰ ਮੰਨਦਾ, ਲੇਕਿਨ ਉਹਨੇ ਤਿਰੰਗੇ ਦੇ ਝੰਡੇ ਨੂੰ ਬਿਲਕੁਲ ਹੱਥ ਨਹੀਂ ਲਾਇਆ। ਪਰ ਇਹਨਾਂ ਲੋਕਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਹੈ, ਜਿਹੜਾ ਉਹਨੇ ਝੰਡਾ ਚੜਾਇਆ, ਇਹ ਝੰਡੇ ਦੇ ਥੱਲੇ ਜਿਸ ਵੇਲੇ ਆਪਣੀ ਹਿਸਟਰੀ ਵੱਲ ਥੋੜੇ ਜਿਹੇ ਦੇਖੋ, ਬੜੀ ਦੌਰ ਦੀ ਗੱਲ ਨਹੀਂ ਹੈਗੀ ਕਿ ਕਿਸ ਤਰ੍ਹਾਂ ਮਤਲਬ ਇਹਨਾਂ ਲੋਕਾਂ ਨੇ ਜਾ ਕੇ ਦਿੱਲੀ ਦੇ ਵਿੱਚ ਜਿਸ ਵੇਲੇ ਜਦੋਂ ਨੋਟਬੰਦੀ ਕੀਤੀ ਆ, ਲੋਕਾਂ ਕੋਲ ਰੋਟੀ ਹੈ ਨਹੀਂ ਸੀ, ਪੈਸੇ ਹੈ ਨਹੀਂ ਸੀਗੇ, ਇਹ ਲੰਗਰ ਗੁਰਦੁਆਰੇ ਦੇ ਚੱਲੇ, ਇਹਨਾਂ ਦੇ ਢਿੱਡ ਭਰੇ। ਰਾਈਟ, ਫਿਰ ਜਿਸ ਵੇਲੇ ਦਿੱਲੀ ਦੇ ਵਿੱਚ ਮੁਜ਼ਾਹਰਾ ਚੱਲਿਆ ਸੀ, ਇਹ ਲੋਕ ਸੀਗੇ, ਇਹ ਝੰਡੇ ਦੇ ਲੋਕ ਸੀਗੇ ਜਿਨ੍ਹਾਂ ਦੇ ਲੋਕਾਂ ਦੇ ਢਿੱਡ ਭਰੇ। ਅੱਜ ਵੀ ਜਦ ਦੁਨੀਆ 'ਚ ਕੋਈ ਤਕਲੀਫ ਹੁੰਦੀ ਆ, ਇਹ ਝੰਡੇ ਦੇ ਲੋਕ ਆ ਜਿੱਥੇ ਜਾ ਕੇ ਖੜਦੇ ਆ। ਬਿਲਕੁਲ ਜੀ, ਬਿਲਕੁਲ। ਜਿਹੜੀ ਦੇਖੋ ਸੋਚ ਕੇ ਕਰਨੀ ਕਿ ਝੰਡੇ ਦੀ ਮਹੱਤਤਾ ਕੀ ਆ। ਅਹਿਮਦ ਸ਼ਾਹ ਅਬਦਾਲੀ ਨੂੰ, ਮੁਗਲਾਂ ਨੂੰ, ਸਾਰਿਆਂ ਨੂੰ ਇਹ ਝੰਡੇ ਨੇ ਬਾਹਰ ਕੱਢਿਆ, ਨਹੀਂ ਤਾਂ ਤੁਹਾਡੇ ਘਰਾਂ 'ਚ ਨਾ ਕੁਰਾਨ ਅੱਜ ਰੱਖੀ ਹੋਣੀ ਸੀ ਜੇ ਇਹ ਲੋਕ ਨਾ ਹੁੰਦੇ ਤਾਂ। ਇਹ ਗੱਲ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ, ਮੈਂ ਬਿਲਕੁਲ ਸਹਿਮਤ ਹਾਂ। ਮੇਰੀ ਠੀਕ ਆ ਕਿਨਾ ਚਾਲ ਸਾਹਿਬ, ਇਹ ਵੀ ਚੇਤਾ ਨਹੀਂ ਭੁਲਾਉਣਾ ਚਾਹੀਦਾ, ਇਹ ਤੁਹਾਡੇ ਦਿਮਾਗ 'ਚ ਐਮਬੈਡਡ ਹੋਣਾ ਚਾਹੀਦਾ। ਅਸੀਂ ਦੇਖੋ ਇੱਕ ਸੈਕਿੰਡ ਗਈ ਆ, ਇਹਨਾਂ ਨੇ ਮੁੰਡੇ ਕੁੜੀਆਂ ਨੂੰ ਇਸ ਤਰੀਕੇ ਨਾਲ ਕੁੱਟਿਆ, ਜਿਹੜੀ ਅਸੀਂ ਪ੍ਰੈਜ਼ੀਡੈਂਟ ਸੀ ਉਹ ਕੁੜੀ ਦੀ, ਉਹਦੀਆਂ ਲੱਤਾਂ ਇਹਨਾਂ ਨੇ ਭੰਨੀਆਂ। ਇਸ ਕਰਕੇ ਜਿਹੜੀ ਪੁਲਿਸ ਤੇ ਛੱਤਰ ਪਏ ਆ ਨਾ। ਥੈਂਕ ਯੂ ਸਰ ਜੀ, ਬਹੁਤ ਮਿਹਰਬਾਨੀ ਜੀ, ਟਾਈਮ ਹੋ ਗਿਆ ਸਾਡੇ ਕੋਲ। ਥੈਂਕ ਯੂ, ਬਹੁਤ ਮਿਹਰਬਾਨੀ। ਸੂਝਵਾਨ ਦਰਸ਼ਕੋ, ਮੈਂ ਇਹ ਗੱਲ ਦੱਸ ਦੇਵਾਂ ਕਿ ਇਸ ਚੈਨਲ ਤੋਂ ਕਦੀ ਵੀ ਅਸੀਂ ਕਿਸੇ ਧਰਮ ਦੇ, ਕਿਸੇ ਨਿਸ਼ਾਨ ਸਾਹਿਬ ਦੇ ਖਿਲਾਫ ਨਹੀਂ ਗਏ। ਸਿੱਧੀ ਤੋਂ ਸਿੱਧੀ ਗੱਲ ਇਹ ਹੈਗੀ ਆ, ਸਾਨੂੰ ਪਤਾ ਅਸੀਂ ਪੰਜਾਬ ਤੋਂ ਆ, ਸਾਨੂੰ ਪਤਾ ਇਹ ਸਾਡੇ ਆਪਣੇ ਨਿਸ਼ਾਨ ਸਾਹਿਬ ਦੀ ਅਸੀਂ ਰਿਸਪੈਕਟ ਕੀ ਕਰਨੀ ਆ। ਗੱਲ ਇੰਨੀ ਸੀ ਜਿਹੜੀ ਦੁਬਾਰਾ ਸਮਝਾ ਦਿੱਤੀ ਜਾਂ ਜੇ ਲੋੜ ਮਹਿਸੂਸ ਕਰਦੇ ਜਾਂ ਉਦੋਂ ਕਹੀ ਸੀ, ਇਹ ਸੀ ਵੀ ਸਰਕਾਰ ਨੂੰ ਮੌਕਾ ਨਾ ਕੋਈ ਮਿਲਦਾ ਵੀ ਅਸੀਂ ਕੀ ਕਰ ਰਹੇ ਹਾਂ, ਉਹ ਦਿਖਾਲਣ ਦਾ ਵਰਲਡ ਦੇ ਚੈਨਲਾਂ ਨੂੰ ਵੀ ਉਹ ਜਾਣ ਬੁੱਝ ਕੇ ਜੋ ਦਿਖਾਲਿਆ ਗਿਆ, ਜੋ ਦਿੱਲੀ ਖਾਲੀ ਕੀਤੀ ਗਈ, ਜੋ ਲਾਲ ਕਿਲ੍ਹਾ ਖਾਲੀ ਕੀਤਾ ਗਿਆ, ਉੱਥੇ ਜੋ ਕੀਤਾ ਗਿਆ ਉਹ ਸਰਕਾਰ ਦੀ ਮਿਲੀ ਭੁਗਤ ਸੀ, ਇਹ ਸਾਰਿਆਂ ਨੂੰ ਪਤਾ। ਅਸੀਂ ਇਹਦੀ ਗੱਲ ਕਰ ਰਹੇ ਹਾਂ ਦੁਬਾਰਾ। ਜੇ ਉਹ ਗੱਲ ਨਾ ਹੁੰਦੀ ਤੇ 26 ਦੇ ਵਿੱਚ ਉਦੋਂ ਬਾਅਦ ਦੇ ਵਿੱਚ ਜੋ ਹੋ ਰਹੇ ਨੇ ਜਾਂ ਹੋਰ ਨਵੀਆਂ ਗੱਲਾਂ ਆ ਰਹੀਆਂ, ਮੈਨੂੰ ਲੱਗਦਾ ਹੋਣਾ ਨਹੀਂ ਸੀ। ਜਿਹੜੀ ਹੁਣ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਭਾਜੀ ਹੁਣੀ ਹੋਰ ਪਾਸੇ ਲੈ ਗਏ, ਸਾਡਾ
ਜਿਹੜਾ ਮੁੱਦਾ ਆ, ਮੈਂ ਰਾਜਪਾਲ ਜੀ ਤੁਹਾਨੂੰ ਇਹ ਕਹਿ ਰਿਹਾ ਵੀ ਜਿੰਨੀ ਮੈਂ ਗੱਲ ਤੁਹਾਨੂੰ ਪਹਿਲਾਂ ਦੱਸੀ ਆ ਵੀ ਇੱਕਦਮ ਗਾਜ਼ੀਆਬਾਦ ਤੋਂ ਜਾਣਾ ਤੇ ਗਾਜ਼ੀਆਬਾਦ ਦੇ ਵਿੱਚ ਫੇਰ ਕਿਸੇ ਹੋਰ ਦਾ ਆਉਣਾ ਤੇ ਲੀਡਰ ਦਾ ਆਉਣਾ, ਤੇ ਕੀ ਇੱਕ ਤੁਸੀਂ 1 ਜਾਂ 1.5 ਮਿੰਟ ਦੇ ਵਿੱਚ ਦੱਸੋ ਵੀ ਕੀ ਇਹ ਸਰਕਾਰੀ ਸ਼ਹਿ ਤਾਂ ਨਹੀਂ ਲੱਗਦੀ? ਦੇਖੋ ਤੁਸੀਂ ਮੈਨੂੰ ਰਕੇਸ਼ ਟਕੈਤ ਬਾਰੇ ਗੱਲ ਕੀਤੀ ਹੈ ਨਾ। ਦੇਖੋ ਰਕੇਸ਼ ਟਕੈਤ ਬੇਸ਼ੱਕ ਬਿਜ਼ਨਸਮੈਨ ਹੋਵੇ, ਬੇਸ਼ੱਕ ਜੋ ਵੀ ਹੋਵੇ, ਜਦੋਂ ਸਟੇਜ ਤੇ ਆਇਆ, ਜਦੋਂ ਉਹਨੇ ਧਰਨਾ ਧਰਿਆ, ਉਹਨੇ ਬਿਜ਼ਨਸਮੈਨ ਦਾ ਧਰਨਾ ਨਹੀਂ ਸੀ ਧਰਿਆ ਹੈਗਾ, ਉਹਨੇ ਕਿਸਾਨ ਲੀਡਰ ਦੇ ਹੋਣ ਦੇ ਨਾਤੇ ਉਹਨੇ ਧਰਨਾ ਧਰਿਆ ਸੀਗਾ। ਠੀਕ ਹੈ, ਉਹਦੀ ਹੈਗੀ ਕਨਸਟੀਚੁਐਂਸੀ, ਉਹ ਜੋ ਵੀ ਹੈ ਜੇ ਉਹ ਆਪਣੇ ਜਿਹੜੇ ਉਹਦੇ ਸਪੋਰਟਰ ਨੇ, ਜੇ ਉਹਨਾਂ ਦੀਆਂ ਵਿਊਜ਼ ਉਹ ਰਿਫਲੈਕਟ ਨਾ ਕਰੇ, ਠੀਕ ਹੈ, ਤਾਂ ਉਹ ਕੋਈ ਲੀਡਰ ਨਹੀਂ ਰਹਿ ਸਕਦਾ ਹੈਗਾ। ਤੇ ਜਦੋਂ ਉਹਨੇ ਦੇਖਿਆ ਕਿ ਸਰਕਾਰ ਦੇ ਗੁੰਡੇ ਜਿਹੜੇ MLA ਉਸ ਇਲਾਕੇ ਦੇ ਵਿੱਚ ਜਿਹੜੇ BJP ਦੇ ਸਿਰਫ ਆਪ ਨਹੀਂ ਆਏ, ਆਪਣੇ ਗੁੰਡੇ ਲੈ ਕੇ ਆਏ ਨੇ, ਤੇ ਉਦੋਂ ਉਹਨੇ ਭਾਵੁਕ ਹੋ ਕੇ ਉਹਨੇ ਅਪੀਲ ਕੀਤੀ ਕਿ ਮੈਂ ਇੱਥੋਂ ਨਹੀਂ ਨਿਕਲਣਾ, ਮੈਨੂੰ ਬੇਸ਼ੱਕ ਗੋਲੀ ਮਾਰ ਦਿਓ, ਬੇਸ਼ੱਕ ਮੈਨੂੰ ਆਤਮ ਹੱਤਿਆ ਕਰਨੀ ਚਾਹੀਦੀ। ਇੰਗਲਿਸ਼ 'ਚ ਇੱਕ ਲਫ਼ਜ਼ ਹੈ ਕਮਿਟ ਦੀ ਆਵਰ ਕਮਿਟ ਦ ਮੈਨ। ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਜਾਂਦੇ ਹੋ ਨਾ, ਜੰਗ ਨਾ ਸਿੱਧਾ ਹੁੰਦਾ ਨਾ ਪੁੱਠਾ ਹੁੰਦਾ। ਜੰਗ ਦੇ ਵਿੱਚ ਇੰਗਲਿਸ਼ ਕਹਿੰਦੇ ਐਬ ਐਂਡ ਫਲੋ ਹੁੰਦਾ, ਕਦੇ ਤੁਸੀਂ ਜਿੱਤਦੇ, ਕਦੇ ਤੁਸੀਂ ਪਿੱਛੇ ਹੁੰਦੇ, ਕਦੇ ਤੁਸੀਂ ਅੱਗੇ ਹੁੰਦੇ। ਉਹ ਬੰਦੇ ਨੇ ਆਪਣੀ ਭਾਵੁਕ ਹੋਣ 'ਤੇ ਉਹਨੇ ਅਪੀਲ ਕੀਤੀ। ਜਿਹੜੇ ਕਿਸਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਪਿੱਛੇ ਮੁੜ ਰਹੇ ਸੀਗੇ, ਉਹਨਾਂ ਨੇ ਜਦੋਂ ਦੇਖਿਆ ਉਹਦਾ ਵੀਡੀਓ, ਤਾਂ ਉਹ ਉਸੇ ਵਾਲੇ ਵਾਪਸ ਆ ਗਏ। ਸਵਾਲ ਇਹ ਆ ਵੀ ਬਾਦਲ ਨੂੰ ਜੋ ਉੱਥੇ ਬਾਦਲ ਪਾਣੀ ਮਾਫ ਕਰਨਾ ਜਲ ਛਕਾ ਕੇ ਗਿਆ, ਠੀਕ ਹੈ, ਉਹ ਕੀ ਜਾਇਜ਼ ਸੀ? ਦੇਖੋ ਜੀ, ਜਿਹੜੀ ਬਾਦਲ ਕੇ ਬਾਕੀ ਜਿਸ ਦਿਨ ਪਹਿਲੇ ਦਿਨ ਤੋਂ ਤੁਰੇ ਸੀ ਕਿਸਾਨ ਅੰਦੋਲਨ ਦੇ ਵਿੱਚ ਇਹ ਗੱਲ ਹੋਈ ਸੀ ਵੀ ਲੀਡਰ ਨਹੀਂ ਬਣਨਾ ਚਾਹੀਦਾ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ 'ਚੋਂ। ਮੈਂ ਇਹ ਨਹੀਂ ਕਹਿ ਰਿਹਾ, ਸਮੇਂ ਤੋਂ ਪਹਿਲਾਂ ਮੈਂ ਬਾਰ-ਬਾਰ ਲਫ਼ਜ਼ ਵਰਤਾ ਵੀ ਮੈਂ ਕੋਈ ਇਲਜ਼ਾਮ ਨਾ ਲਾ ਦੇਵਾਂ, ਮੈਂ ਅੰਦਾਜ਼ਾ ਲਾ ਰਿਹਾ ਵੀ ਕੀ ਇਹ ਬਾਦਲ ਦਾ ਆਉਣਾ ਇਹ ਉਹਨਾਂ ਦੀ ਖਾਸ ਨਹੀਂ, ਜਾਇਜ਼ ਨਹੀਂ ਹੈ, ਸੋਚੀ ਮਿੱਥੀ ਹੋਈ ਸਾਜ਼ਿਸ਼। ਦੇਖੋ ਜੀ, ਉਹ ਜਾਇਜ਼ ਨਹੀਂ ਹੈ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ 'ਚੋਂ ਕਿ ਜਿਹੜੇ ਬੰਦੇ ਦੀ ਪਾਰਟੀ ਨੇ ਕੌਮ ਦੀ, ਸਟੇਟ ਦੀ, ਲੋਕਾਂ ਦੀ ਇੰਨੀ ਗੱਦਾਰੀ ਕੀਤੀ ਹੈ ਇੰਨੇ ਸਾਲ, ਠੀਕ ਹੈ, ਮੈਂਬਰ ਰਹੇ ਇੱਕ ਦੂਜੇ ਦੇ ਰਿਸ਼ਤੇਦਾਰ ਰਹੇ ਨੇ, ਮਤਲਬ ਇਹ ਉਹਦਾ ਉੱਥੇ ਪਹੁੰਚਣਾ ਔਰ ਜਾ ਕੇ ਸਰੋਪਾ ਦੇਣਾ ਨਹੀਂ, ਇਹ ਜਾਇਜ਼ ਗੱਲ ਨਹੀਂ ਹੈ। ਠੀਕ ਹੈ ਜੀ, ਇਹ ਮੇਰਾ ਪਰਸਨਲ ਖਿਆਲ ਹੈ ਜੀ। ਮੋਦੀ ਜੀ ਨੇ ਕਿਹਾ, ਕਿਉਂਕਿ ਸਵਾਲ ਸਾਡੇ ਕੋਲ ਬਹੁਤ ਆ, ਫਿਰ ਟਾਈਮ ਥੋੜਾ ਆ, ਮੋਦੀ ਜੀ ਨੇ ਕਿਹਾ ਆ ਕਿ ਕੋਈ ਵੀ ਹਿੰਦੂ ਜਿਹੜਾ ਆ ਉਹ ਅੱਤਵਾਦੀ ਨਹੀਂਗਾ। ਇਹਨਾਂ ਨੂੰ ਪੁੱਛੋ ਮੋਦੀ ਸਾਹਿਬ ਨੂੰ ਵੀ ਜਿਹੜੀ ਗਾਂਧੀ ਦੇ ਗੋਲੀ ਮਾਰੀ ਸੀ ਗੌਂਸੇ, ਉਹ ਬਾਅਦ ਤੁਸੀਂ ਉਹਦੀ ਫੋਟੋ ਵੀ ਲਾ ਕੇ ਰੱਖੀ ਆ RSS ਦੇ ਵਿੱਚ, ਔਰ ਤੁਸੀਂ RSS 'ਚ ਕਿੰਨਾ ਚਿਰ ਰਹੇ ਆ, ਤੁਹਾਨੂੰ ਪਤਾ ਹੀ ਨਹੀਂ ਵੀ ਉਹ ਅੱਤਵਾਦੀ ਸੀ। ਔਰ ਮੋਦੀ ਦਾ ਜਿਹੜਾ ਮੇਰਾ ਸਵਾਲ ਭਗਵੰਤ ਜੀ ਨੂੰ ਆ, ਭਗਵੰਤ ਜੀ ਦੱਸੋ ਇਸ ਬਾਰੇ ਤੁਸੀਂ ਕੀ ਕਹੋਗੇ ਜੀ? ਦੇਖੋ ਗੋਡਸੇ ਐਕਚੁਅਲੀ ਉਹ ਤਾਂ ਗੱਲ ਹੈ, ਹੁਣ ਇਹਦੇ ਹੁੰਦੇ ਪ੍ਰਗਿਆ ਜਿਹੜੀ ਕਨਵਿਕਟਡ, ਜਿਹਨੇ 6 ਬੰਦਿਆਂ ਦਾ ਕਤਲ ਦਾ ਕੇਸ ਦੇ ਵਿੱਚ ਅੰਦਰ ਰਹਿ ਕੇ ਆਈ ਆ, ਇਹਨਾਂ ਨੇ ਛਡਾ ਕੇ ਉਹਨੂੰ ਟਿਕਟ ਦਿੱਤੀ ਹੋਈ ਆ, ਜਿਤਾਇਆ ਆ। ਇਹਨਾਂ ਨੂੰ ਭੁੱਲ ਗਿਆ ਵੀ ਉਹ ਟੈਰਰਿਸਟ ਅੰਡਰ ਟੈਰਰ ਐਕਟ ਉਹ ਅਰੈਸਟ ਹੋਈ ਸੀ। ਤੇ ਸੈਕੰਡ ਇਹ ਆ ਵੀ ਮੋਦੀ ਸਾਹਿਬ, ਤੁਸੀਂ ਤੁਹਾਡੇ ਦਾ ਆਪ ਅਮਰੀਕਾ ਨੇ ਟੈਰਰਿਸਟ ਦਾ ਲਾਇਆ ਸੀਗਾ ਇਲਜ਼ਾਮ, ਤੇ ਤੁਸੀਂ ਅਮਰੀਕਾ ਨਹੀਂ ਜਾ ਸਕਦੇ, ਤੁਹਾਡਾ ਵੀਜ਼ਾ ਨਹੀਂ ਸੀ ਮਿਲਦਾ। ਜੋ ਇਹਨੇ ਗੁਜਰਾਤ ਦੇ ਵਿੱਚ ਕੀਤਾ ਮੁਸਲਮਾਨਾਂ ਨਾਲ, ਤੇ ਬਿਲਕੁਲ ਉਹੀ ਗੋਦਰਾ ਦੇ ਵਿੱਚ ਕੋਈ 3000 ਤੋਂ ਉੱਤੇ ਤੁਸੀਂ ਮੁਸਲਮਾਨ ਜਿਹੜਾ ਉਸ ਟਾਈਮ ਹਿੰਦੂਆਂ ਨੂੰ ਉਕਸਾ ਕੇ ਮਰਵਾਇਆ, ਉਹ ਜਿੰਦੇ ਜਾਲ ਦਿੱਤੀਆਂ ਔਰਤਾਂ, ਬੰਦੇ ਬੱਸ ਦੇ ਉਹਦੇ ਟ੍ਰੇਨ ਦੇ ਵਿੱਚ, ਉਹ ਇੱਕ ਟੈਰਰ ਸੀ। ਟੈਰਰ ਦਾ ਮਤਲਬ ਸ਼ਾਇਦ ਮੋਦੀ ਸਾਹਿਬ ਵੀ ਜਿੰਨਾ ਕੁ ਮੈਨੂੰ ਪਤਾ ਵੀ ਟੈਰਰ ਦਾ ਮਤਲਬ ਆ ਦਹਿਸ਼ਤਗਰਦ, ਕਿਸੇ ਨੂੰ ਡਰਾਉਣਾ, ਭੈ ਪੈਦਾ ਕਰਨਾ, ਉਹਨੂੰ ਟੈਰਰ ਕਹਿੰਦੇ ਆ। ਉਹ ਜ਼ਰੂਰੀ ਨਹੀਂ ਕਿ ਇਹਨੂੰ ਗੋਲੀ ਮਾਰ ਕੇ ਕੀਤਾ, ਜਿਸ ਤਰ੍ਹਾਂ ਤੁਸੀਂ ਕਰਦੇ ਹੋ। ਜੋ ਇੰਡੀਆ ਦਾ ਹਾਲ, ਦਲਿਤਾਂ ਦਾ, ਛੋਟੀ ਜਾਤਾਂ ਦੇ ਲੋਕਾਂ ਦਾ ਹਾਲ ਤੁਸੀਂ UP ਬਿਹਾਰ ਦੇ ਵਿੱਚ ਕਰ ਦਿੱਤਾ ਸੀਗਾ ਪਿਛਲੇ ਸਮੇਂ 'ਚ, ਜਾਂ ਹੁਣ ਹੈਗਾ, ਤੇ ਉਹ ਹੈਗਾ ਇਹ ਮਤਲਬ ਕਿ ਟੈਰਰ ਜਿਹੜੇ ਇਹ ਮੈਂ ਇਲਜ਼ਾਮ ਨਹੀਂ ਲਾਉਂਦਾ, ਇਹ ਟੈਰਰਿਸਟ ਹਰੇਕ ਕਮਿਊਨਿਟੀ ਦੇ ਵਿੱਚ ਪੈਦਾ ਹੁੰਦੇ ਨੇ ਔਰ ਹੋ ਜਾਂਦੇ ਆ, ਕਿੱਤੇ ਜਾਂਦੇ ਆ ਮੋਸਟਲੀ। ਮੇਰਾ ਖਿਆਲ ਆ ਕਿ ਪ੍ਰਾਈਮ ਮਿਨਿਸਟਰ ਇਹ ਸਮਝਦਾ ਵੀ ਜਿਹਦੇ ਕੋਲ ਗਨ ਹੁੰਦੀ ਆ, ਜਿਹਦੇ ਕੋਲ AK-47 ਹੁੰਦੀ, ਉਹ ਟੈਰਰਿਸਟ ਹੁੰਦੇ, ਪਰ ਇਹਨੂੰ ਇਹ ਨਹੀਂ ਪਤਾ ਵੀ ਜਿਹੜਾ ਹੁਣ ਹਾਥਰਸ ਕੇਸ ਕਰ ਕੀਤਾ ਹਿੰਦੂਆਂ ਨੇ, ਉਹ ਟੈਰਰਿਸਟ ਨਹੀਂ, ਇਹ ਵੀ ਇੱਕ ਟੈਰਰਿਜ਼ਮ ਜੀ। ਤੁਸੀਂ ਇੱਥੇ ਕੁਝ ਕਹਿਣਾ ਚਾਹੁੰਦੇ ਸੀ ਰਾਜਪਾਲ ਜੀ? ਦੇਖੋ, ਅਸੀਂ ਟਕੈਤ ਦੀ ਗੱਲ ਕਰ ਰਹੇ ਸੀਗੇ, ਠੀਕ ਹੈ, ਨਹੀਂ ਤੁਸੀਂ ਸਵਾਲ ਬਦਲ ਗਿਆ, ਆਪਾਂ ਮੋਦੀ ਦੀ ਗੱਲ ਕਰ ਰਹੇ ਸੀ। ਹਾਂ, ਮੋਦੀ। ਦੇਖੋ ਜੀ, ਇਹ ਜਿਹੜੀ ਟੈਰਰਿਜ਼ਮ ਹੈ ਨਾ, ਇਹ ਕਿਸੇ ਜਾਂ ਮਜ਼ਹਬ ਦੀ ਜਾਂ ਕਿਸੇ ਕੌਮ ਦੀ ਇਹ ਵਿਰਾਸਤ ਨਹੀਂ ਹੈਗੀ, ਠੀਕ ਹੈ। ਔਰ ਤੁਸੀਂ ਆਪੇ ਭਗਵੰਤ ਸਿੰਘ ਨੇ ਹੁਣੇ ਗੱਲ ਕੀਤੀ ਹੈ ਕਿ ਜੋ ਗੁਜਰਾਤ ਦੇ ਵਿੱਚ ਹੋਇਆ, ਜਦੋਂ ਮੋਦੀ ਤੇ ਪਾਬੰਦੀ ਲਾਈ ਗਈ ਕਿ ਅਮਰੀਕਾ ਨਹੀਂ ਜਾ ਸਕਦਾ, ਬਰਤਾਨੀਆ ਨਹੀਂ ਜਾ ਸਕਦਾ, ਕਿਉਂ ਪਾਬੰਦੀ ਲਾਈ ਗਈ ਸੀ? ਇਸ ਲਈ ਕਿ ਇਹਦੀ ਵਾਚ ਦੇ ਅੰਡਰ, ਇਹਦੀ ਚੀਫ ਮਿਨਿਸਟਰਸ਼ਿਪ ਦੇ ਅੰਡਰ ਕੋਈ 4-5 ਹਜ਼ਾਰ ਲੋਕਾਂ ਦਾ ਉੱਥੇ ਗਲੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ। ਜੇ ਉਹ ਟੈਰਰਿਜ਼ਮ ਨਹੀਂ ਹੈ, ਬਿਲਕੁਲ ਟੈਰਰਿਜ਼ਮ ਸਮਝ ਨਹੀਂ ਆ ਰਹੀ ਵੀ ਕੀ ਹੋਰ ਟੈਰਰਿਜ਼ਮ ਹੈ ਕੀ? ਮੋਦੀ ਦਾ ਸਿੱਧਾ ਝੂਠਾ, ਚਿੱਟਾ ਝੂਠ। ਜੈ ਗੁਰਦੇਵ, ਜੈ ਭੀਮ ਜੀ।
कॉल है जी। जय गुरुदेव जय भीमा जी। हाँ जी। हाँ जी, कौन सा बोलते जी? मैं मैरियट है जी। जी हाँ जी, थोड़ी बारी है जी। मैं मेरा नाम बचन सिंह है जी। चाल साहब बोल रहे हैं जी? चाहल बोलता जी। चाल होनी बोल रहे हैं? हाँ जी हाँ जी, चाहल बोलता जी। अरे भाई जी, मेरा नाम बचन सिंह है। चाल साहब जी गल चल रही है ना हुण जी, जी गल चल रही है ना जी, मैं ये कहना चाहूँगा जिन्नी भी गल हुई है ना सिद्धू तो लैके ते उदण तक जिहड़ा अपने केस उहदा कीता या बादल ने कीता, ये सारी गल पहलों गिणी मिथी हुई थी। गिणी मिथी है जी, मैं यही तो कह रहा। सारी गल जिहड़ी ने गिणी मिथी हुई है। एड्डी जिहदे 5-10 मिनटां विच कित्थों आ गया पानी हरमंदर साहब तो देखा जाए बादल होना को पहला होया सोचा सारी गल ये मिथी हुई सी। होना की है, माफ करना, होना यह है कि जे बच होंदा ना अपने पंजाब तो बच हो जाए बादलों तो, जे दोबारा आ गए तो फिर गौरमेंट का जिहड़ा हुण पंगा पिया कट दिया ना, ये सब मुक्त होना ਉਹਦੇ ਕੋਲੋਂ ਸਾਨੂੰ ਮਰਵਾਉਣਾ ਜਿੱਦਾਂ ਅੱਗੇ ਮਰਵਾਇਆ ਬਾਦਲ ਹੋਣਾ ਦੇ ਕੋਲੋਂ। ਜੇ ਬਚ ਹੁੰਦਾ ਬਚ, ਪਰ ਲੱਗਦਾ ਨਹੀਂਗਾ ਲੋਕੀ ਬਚ ਪਾ ਸਕਣ। ਬਾਦਲਾਂ ਤੋਂ ਤੇ ਕਾਂਗਰਸ ਦੋਵਾਂ ਤੋਂ ਬਚਣਾ ਪਊਗਾ। ਚੱਲੀ ਮਗਰ ਰੱਖ ਦਿੰਦੇ ਆ ਤੇ ਸਮਝਦੇ ਹੈ ਨਹੀਂ ਸਿਆਸਤ ਨੂੰ। ਜੇ ਐਡੀ ਛੇਤੀ ਸਭ ਕੁਝ ਕਿੱਦਾਂ ਹੋ ਗਿਆ। ਇੱਕ ਪਾਸੇ ਕਹਿੰਦੇ ਆ ਵੀ ਬੰਦਾ ਜਿਹੜਾ ਹੈਗਾ ਵਾ ਸਿਆਸੀ ਬਲ ਨਹੀਂ ਦੇਣਾ, ਉਸੇ ਵੇਲੇ ਰਕੇਸ਼ ਸਾਹਿਬ ਉੱਥੇ ਆ ਗਿਆ। ਖੈਰ ਮੈਂ ਨਹੀਂ ਕਹਿੰਦਾ ਚੰਗਾ ਉਹ ਮਾੜਾ ਕੀਤਾ ਚੰਗਾ ਕੀਤਾ, ਪਰ ਇਹ ਗੱਲ ਸਾਰੀ ਮੀਟਿੰਗ ਕੀਤੀ ਹੋਈ ਸੀ। ਜੀ ਥੈਂਕ ਯੂ ਜੀ। ਅਸੀਂ ਪਹਿਲਾਂ ਹੀ ਇਹ ਸਵਾਲ ਤਦੇ ਹੀ ਅਸੀਂ ਨਹੀਂ ਆਪਣਾ ਕੋਈ ਡਿਸੀਜਨ ਦੇ ਰਹੇ, ਅਸੀਂ ਪੁੱਛ ਰਹੇ ਹਾਂ ਲੋਕਾਂ ਕੋਲ ਵੀ ਕੀ ਇਹ ਲੱਗਦਾ ਹੈ ਜਾਂ ਉਹ, ਕਿਉਂਕਿ ਹੁਣ ਜੋ ਕੁਝ ਵੀ ਹੋਣਾ ਆ ਉਹ ਇੱਕ ਸੋਚਿਆ ਮਿੱਥਿਆ ਹੋਣਾ, ਤੇ ਜਿਹੜੇ ਦੋ ਬਾਰਡਰ ਆ ਜਿੱਥੇ ਪੰਜਾਬੀ ਤੇ ਹਰਿਆਣਵੀ ਬੈਠੇ ਨੇ ਉਹ ਅਸਲ ਸੰਘਰਸ਼ ਉਹ ਆ ਜੀ। ਥੈਂਕ ਯੂ, ਬਹੁਤ ਮਿਹਰਬਾਨੀ ਜੀ ਕਾਲ ਕਰਨ ਲਈ। ਮੈਂ ਗੱਲ ਕਹਿਣੀ ਚਾਹੁੰਦਾ ਚਾਲ ਸਾਹਿਬ, ਇੱਕ ਛੋਟੀ ਜਿਹੀ ਗੱਲ ਹੈ ਕਿ ਆਹ ਜਿਹੜਾ ਅੰਦੋਲਨ ਹੈ ਇਹਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੈ ਜੇ ਇਹ ਹੈ ਕਿ ਦੇਖੋ ਜਿਹੜਾ ਹਰਿਆਣਾ ਭਾਜਪਾ ਸਟੇਟ ਹੈ, ਠੀਕ ਹੈ, ਹਰਿਆਣੇ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਇਕੱਠੇ ਹੋਏ। ਹਰਿਆਣੇ 'ਚ ਅੱਜ ਕੱਲ੍ਹ ਇੱਕ ਸਲੋਗਨ ਹੈ, ਇੱਕ ਜਿਹੜਾ ਨਾਅਰਾ ਮਾਰਿਆ ਜਾਂਦਾ ਹੈ ਕਿ ਹਰਿਆਣਾ ਬਾਪ ਹੈ ਲੇਕਿਨ ਪੰਜਾਬ ਤਾਊ ਹੈ, ਤਾਊ ਕੀ ਬੇਇੱਜ਼ਤੀ ਨਹੀਂ ਹੋਣੇ ਦੇਂਗੇ। ਇਹ ਕਦੀ ਮੈਂ ਨਹੀਂ ਸੁਣਿਆ ਹੈਗਾ ਪਹਿਲਾਂ ਕਿ ਜਿਹੜੀ ਪੰਜਾਬ ਦੀ ਬੇਇੱਜ਼ਤੀ ਨਹੀਂ, ਪੰਜਾਬ ਸਾਡਾ ਤਾਇਆ, ਜੇ ਹਰਿਆਣਾ ਪਿਓ ਆ ਪੰਜਾਬ ਤਾਇਆ, ਪੰਜਾਬ ਦੀ ਬੇਅਦਬੀ ਨਹੀਂ ਹੋਣੀ ਦੇਣੀ ਚਾਹੀਦੀ। ਇਹ ਅੰਦੋਲਨ ਆ ਰਿਹਾ ਜੀ। ਪਿਆਰੇ ਦਰਸ਼ਕੋ, ਤੁਸੀਂ ਸ਼ਬਦਾਂ ਦਾ ਹੇਰ-ਫੇਰ ਕਰਦੇ ਹੁੰਦੇ ਆ। ਉਸ ਤੋਂ ਬਾਅਦ ਸਾਡੇ ਕੋਲ ਟਾਈਮ ਹੋਇਆ ਤਾਂ ਅਸੀਂ ਸੈਲੀਬ੍ਰੇਟ ਜਿਹੜੇ ਉਹਨਾਂ 'ਤੇ ਗੱਲ ਕਰਾਂਗੇ। ਦੋ ਸ਼ਬਦ ਆ ਜੀ ਅੱਜ ਲੈ ਕੇ ਆਂਦੇ। ਇੱਕ ਹੈਗਾ ਮਜਾਲ, ਹਿੰਮਤ, ਜਿਵੇਂ ਕਹਿੰਦੇ ਇਹਦੀ ਹਾਊ ਡੇਅਰ ਯੂ, ਉਹ ਬਹੁਤ ਅਸੀਂ ਜਿੱਦਾਂ ਕਹਿੰਦੇ ਮਜਾਲ ਇਹੀ ਹੁੰਦਾ ਹਾਊ ਡੇਅਰ। ਮੋਦੀ ਦੀ ਕੀ ਮਜਾਲ ਆ। ਹਾਂ, ਜਦ ਕਿ ਅਸਲ 'ਚ ਇਹਦਾ ਸ਼ਬਦ ਹੈਗਾ ਜਾਇਦਾਦ ਨਾਲ, ਜ਼ਮੀਨ ਨਾਲ। ਜਦੋਂ ਇਹ ਸ਼ਬਦ ਸ਼ੁਰੂ ਹੋਇਆ, ਵਿਆਹ ਕਰਨ ਵੇਲੇ ਪੁੱਛਿਆ ਜਾਂਦਾ ਸੀ ਵੀ ਲੜਕੇ ਕੋਲ ਕੀ ਮਜਾਲ ਆ, ਉਹ ਕਹਿੰਦੇ ਜੀ 200 ਖੇਤ ਆ ਜਾਂ 300 ਖੇਤ ਆ, ਫਿਰ ਠੀਕ ਹੈ ਜੀ ਵਿਆਹ ਕਰ ਦਿਓ। ਮਜਾਲ ਉੱਥੋਂ ਸ਼ੁਰੂ ਹੋਇਆ, ਲੇਕਿਨ ਬਣਦਾ ਜਦੋਂ ਜੇ ਹੋਵੇ ਦੱਸਿਆ ਤਾਂ 200 ਖੇਤ ਸੀ, ਪਰ ਨਿਕਲਦੇ 10 ਆ। ਉੱਥੇ ਬਾਅਦ 'ਚ ਜਾ ਕੇ ਕਹਿੰਦੇ ਇਹਦੀ ਤਾਂ ਮਜਾਲ ਹੀ ਕੁਛ ਨਹੀਂ, ਹੈਸੀਅਤ ਕਹਿ ਸਕਦੇ, ਹੈਸੀਅਤ ਲਾ ਲਓ। ਲੇਕਿਨ ਮਜਾਲ ਸ਼ਬਦ ਅਸਲ ਦੇ ਵਿੱਚ ਜਾਇਦਾਦ ਲਈ ਬਣਿਆ ਸੀ। ਪਿਆਰੇ ਦਰਸ਼ਕੋ, ਜਿਹੜੇ ਅਸੀਂ ਸ਼ਬਦਾਂ ਦਾ ਹੇਰ-ਫੇਰ ਦੀ ਗੱਲ ਕਰਦੇ, ਜ਼ਰੂਰੀ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਇੱਦਾਂ ਵਰਤੋ, ਲੇਕਿਨ ਅਸੀਂ ਕਹਿੰਦੇ ਵੀ ਨਿਕਲਿਆ ਕਿੱਥੋਂ ਸੀ, ਕਿੱਧਰ ਗਿਆ, ਕਿੱਦਾਂ ਬਣੇ, ਉਹਦੀ ਗੱਲ ਅਸੀਂ ਤੁਹਾਡੇ ਨਾਲ ਕਰਦੇ ਹੁੰਦੇ ਹਰ ਵਾਰੀ। ਆਪਣੇ ਨਾਲ ਮਜਾਲ ਦੇ ਬਾਅਦ ਇੱਕ ਸ਼ਬਦ ਆ ਜਨਾਬ, ਤੁਸੀਂ ਸੁਣਿਆ ਵੀ ਹੋਊਗਾ। ਆਪਣੀ ਤੋਂ ਐਸੇ ਕੈਸੇ ਕੱਟ ਜਾਏਗੀ, ਆਪ ਕਾ ਕਿਆ ਹੋਊਗਾ ਜਨਾਬੇ ਵਾਲੀ। ਜਨਾਬ ਸ਼ਬਦ ਸਿਰਫ ਤੇ ਸਿਰਫ ਸ਼ਾਇਰਾਂ ਲਈ ਬਣਿਆ ਸੀ। ਜਿਹੜੇ ਸ਼ਾਇਰ ਆ, ਕਵੀ ਦਰਬਾਰ ਹੋਣੇ ਕਹਿਣਾ ਫਲਾਨਾ ਜਨਾਬ ਮਿਰਜ਼ਾ ਗਾਲਬ ਜੀ ਆ ਰਹੇ ਨੇ, ਉਹਨਾਂ ਲਈ ਜਨਾਬ ਵਰਤਿਆ ਸੀ। ਮਹਿਫਲਾਂ ਦੇ ਵਿੱਚ ਜਿਹੜੇ ਆ ਕੇ ਗਾਉਂਦੇ ਹੁੰਦੇ ਸੀ, ਲੇਕਿਨ ਅੱਜ ਕੱਲ੍ਹ ਪੁਲਿਸ ਦੇ ਵਿੱਚ ਵਰਤਿਆ ਜਾਂਦਾ ਜਨਾਬ। ਸੋ ਇਹ ਦੋ ਸ਼ਬਦ ਸੀ। ਇੱਕ ਮੈਂ ਪਹਿਲਾਂ ਬੇਨਤੀ ਕੀਤੀ, ਜ਼ਰੂਰੀ ਨੇ ਇੱਕ ਤੁਹਾਨੂੰ ਮਾੜੀ ਮੋਟੀ ਨੌਲੇਜ ਜਿਹੜੀ ਆ ਵੱਧਦੀ ਰਹੇ ਇੱਕ ਦੂਜੇ ਤੋਂ। ਮੈਂ ਰਾਜ ਜੀ ਤੁਹਾਡੇ ਕੋਲ ਥੋੜ੍ਹਾ ਟਾਈਮ ਲੈਣਾ ਚਾਹੁੰਦਾ। ਸੈਲੀਬ੍ਰੇਟਾਂ ਬਾਰੇ ਜਿਹੜਾ ਰੌਲਾ ਆ, ਤੁਸੀਂ 1 ਮਿੰਟ 'ਚ ਗੱਲ ਨਿਬੇੜਨੀ ਹੈ। ਸੈਲੀਬ੍ਰੇਟਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਸਿੱਧੀ ਮੋਟੀ ਗੱਲ ਹੈ ਕਿ ਜਦੋਂ ਕੋਈ ਅੱਤਵਾਦ ਹੋ ਰਿਹਾ ਹੋਵੇ ਜੀ, ਜਦ ਕਿਸੇ ਤੇ ਕੋਈ ਤਸ਼ੱਦਦ ਹੋ ਰਿਹਾ ਹੋਵੇ ਜੀ, ਜਿਹੜਾ ਬੰਦਾ ਉਹ ਦੇਖ ਕੇ ਮੂੰਹ ਦੂਜੇ ਪਾਸੇ ਚੱਲ ਕੇ ਦੂਜੇ ਪਾਸੇ ਕਰਕੇ ਤੁਰਦਾ ਜਾਏ ਨਾ, ਉਹ ਬੰਦਾ ਵੀ ਇੱਕ ਤਰ੍ਹਾਂ ਗਿਲਟੀ ਹੈ, ਠੀਕ ਹੈ। ਇਸੇ ਤਰ੍ਹਾਂ ਇੰਗਲਿਸ਼ ਕਹਿੰਦੇ ਆ ਈਵਲ ਹੈਪਨਸ ਵਨ ਗੁੱਡ ਪੀਪਲ ਡੂ ਨਥਿੰਗ ਅਬਾਊਟ ਇਟ। ਜਦੋਂ ਵੀ ਇਹ ਯੂਨੀਵਰਸਲ ਗੱਲ ਹੈ, ਸਾਰੀ ਦੁਨੀਆਵੀ ਗੱਲ ਹੈ ਕਿ ਜਿੱਥੇ ਵੀ ਹੋਵੇ ਜੋ ਤੁਹਾਡੇ ਅਸੂਲਾਂ ਦੇ ਖਿਲਾਫ ਕੁਝ ਹੋ ਰਿਹਾ ਨਾ,
ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਨਾਰਾ ਲਾਓ ਉਹਦੇ ਖਿਲਾਫ, ਤੁਸੀਂ ਆਪਣੀ ਆਵਾਜ਼ ਚੁੱਕੋ ਉਹਦੇ ਖਿਲਾਫ। ਸੋ ਗ੍ਰੇਟਾ ਥਨਬਰਗ ਹੈ ਜਿਹੜੀ ਜਵਾਨ ਕੁੜੀ ਹੈ, 18 ਸਾਲ ਦੀ ਕੁੜੀ ਹੈ, ਜਿਹੜੀ ਬੜੀ ਮਸ਼ਹੂਰ ਇਨਵਾਇਰਨਮੈਂਟਲ ਇੰਟਰਨੈਸ਼ਨਲ ਐਕਟਿਵਿਸਟ ਹੈ। ਰਿਹਾਨਾ ਜਿਹੜੀ ਸਿੰਗਰ ਇਹਨੇ ਕੀਤਾ, ਇਹਨਾਂ ਨੇ ਬਹੁਤ ਅੱਛਾ ਕੀਤਾ ਹੈਗਾ ਕਿ ਸਾਰੀ ਦੁਨੀਆ ਨੇ ਦੱਸ ਰਿਹਾ ਕਿ ਹਿੰਦੁਸਤਾਨ ਦੇ ਕਿਸਾਨਾਂ ਦੇ ਖਿਲਾਫ ਕੀ ਹੋ ਰਿਹਾ। ਸੋ ਮੈਂ ਬਿਲਕੁਲ ਇਸ ਗੱਲ ਦੇ ਹੱਕ 'ਚ ਹਾਂ। ਬਹੁਤ ਵਧੀਆ ਜੀ। ਜਿਹੜੀ ਰੈਲੀ ਹੋ ਰਹੀ ਹੈ 6 ਨੂੰ, ਉਹਦੇ ਬਾਰੇ ਕੀ ਕਹੋਗੇ ਭਗਵੰਤ ਜੀ? ਆਪਣੇ 6 ਤਰੀਕ ਨੂੰ ਆਪਣੇ ਬਹੁਤੇ ਕਈ ਵਾਰ ਕਨਫਿਊਜ਼ਨ ਹੋ ਜਾਂਦਾ, ਭਾਰਤ ਬੰਦ ਨਹੀਂ ਹੈ ਇਹ, ਸਿਰਫ ਤੇ ਸਿਰਫ ਭਾਰਤ ਦੇ ਵਿੱਚ ਸੜਕਾਂ ਬੰਦ ਹੋਣਗੀਆਂ, ਚੱਕਾ ਜਾਮ ਜਿਹਨੂੰ ਕਹਿੰਦੇ ਆ ਉਹ ਹੈਗਾ, ਤੇ ਬਹੁਤੇ ਲੋਕਾਂ ਨੂੰ ਵਿੱਚ ਨਾ ਲਿਖਾਵੇ। ਤੇ ਇੱਕ ਟੈਕਟਸ, ਜਿਸ ਤਰ੍ਹਾਂ ਗੌਰਮੈਂਟ ਟੈਕਟਸ ਲਾਉਂਦੀ ਆ, ਕਿੱਲ ਜ਼ਮੀਨਾਂ 'ਚ ਉਗਾ ਰਹੀ ਆ, ਤੇ ਜਾਂ ਹੋਰ ਤਰ੍ਹਾਂ ਦੇ ਜਿਸ ਤਰ੍ਹਾਂ ਪਾਣੀ ਬੰਦ ਕੀਤਾ, ਇੰਟਰਨੈਟ ਬੰਦ ਕੀਤਾ, ਇਨਹਿਊਮਨ ਹੈਗਾ ਜਿਹੜਾ ਉੱਥੇ ਦੀ ਬਿਜਲੀ ਬੰਦ ਕਰਨੀ, ਇਹ ਬਿਲਕੁਲ ਅਣਮਨੁੱਖੀ ਵਿਵਹਾਰ ਆ। ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਥੱਲੇ ਆਉਂਦੇ ਨੇ ਤੇ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਇੰਗਲੈਂਡ ਦੇ ਵਿੱਚ ਆਪਾਂ ਨੂੰ ਪਤਾ ਹੋਊਗਾ, ਤੁਸੀਂ ਬਿੱਲ ਦਵੋ ਨਾ ਦਵੋ, ਤੁਹਾਡਾ ਪਾਣੀ ਸਰਕਾਰ ਨਹੀਂ ਕੱਟ ਸਕਦੀ। ਬਜਟ ਬਾਰੇ ਕੀ ਕਹੋਗੇ? ਹਾਂ, ਬਜਟ ਬਾਰੇ ਇਹ ਆ ਜੀ, ਇਹ ਮੋਟੀ ਜੀ ਹੈ ਕਿ ਇੱਕ ਪਾਸੇ ਬਜਟ ਦੇ ਵਿੱਚ 48,000 ਕਰੋੜ ਡਿਫੈਂਸ ਲਈ ਆ, ਤੇ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਦੇ ਲਈ ਸਿਰਫ 9,000 ਕਰੋੜ ਹੈਗਾ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਪੱਖੀ ਸਰਕਾਰਾਂ ਨੇ ਉਹ ਜਿਹੜਾ ਡਿਫੈਂਸ ਹੈ, ਉਹ ਡਿਫੈਂਸ ਦਾ ਖਰਚਾ, ਜਿੱਦਾਂ ਹੁਣ ਮੇਰੇ ਕਿਸਾਨ ਵੀਰਾਂ ਦੇ ਉੱਤੇ ਅਟੈਕ ਹੋ ਰਹੇ ਨੇ, ਉਹ ਜਿਹੜੇ ਲੋਕ ਹਰ ਕਿਤੇ ਨੇ ਜਿਹਨੇ ਤਨਖਾਹ ਦਿੱਤੀਆਂ, ਪੁਲਿਸ, ਮਿਲਟਰੀ, ਇਹ ਡਿਫੈਂਸ ਉਹ ਆ, ਇਹ ਉਸ ਦੇ ਲਈ ਕੁੱਲ ਮਿਲਾ ਕੇ ਬਜਟ ਜਿਹੜਾ ਆ ਉਹ ਇਸ ਵਾਰੀ ਵੀ ਬਹੁਤਾ ਵਧੀਆ ਨਹੀਂ ਆ ਰਿਹਾ, ਕਿਉਂਕਿ ਸਾਡੇ ਕੋਲ ਟਾਈਮ ਦੀ ਕਮੀ ਆ, ਪਤਾ ਹੀ ਨਹੀਂ ਲੱਗਦਾ। ਭਗਵੰਤ ਜੀ, ਰਾਜ ਜੀ, ਤੁਹਾਡਾ ਬਹੁਤ ਮਿਹਰਬਾਨੀ, ਤੁਸੀਂ ਕੰਛੀ ਟੀਵੀ ਤੇ ਆਉਂਦੇ ਹੋ, ਟਾਈਮ ਕੱਢਦੇ ਹੋ, ਤੁਹਾਡੀ ਬਹੁਤ ਮਿਹਰਬਾਨੀ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਪਹਿਲਾਂ ਵੀ ਬੇਨਤੀ ਕੀਤੀ, ਅਸੀਂ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ। ਗੱਲ ਕਰਦਿਆਂ, ਲੰਬੀ ਗੱਲ ਕਰਦਿਆਂ, ਕਹਾਣੀ ਜਿੰਨੀ ਲੰਬੀ ਹੁੰਦੀ ਗਈ ਉਨੀ ਉਲਝਦੀ ਗਈ। ਗੱਲ ਕਰਦਿਆਂ ਕਿਸੇ ਦੀ ਵੀ ਠੇਸ ਲੱਗੀ ਉਦੋਂ ਤੋਂ ਹੀ ਅਸੀਂ ਅਗਾਊਂ ਮਾਫੀ ਮੰਗਦੇ ਹਾਂ। ਸਾਡੇ ਮਹਿਮਾਨਾਂ ਦੇ ਆਏ ਵਿਚਾਰਾਂ ਦਾ ਕਾਂਛੀ ਟੀਵੀ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸੋ ਪਿਆਰੇ ਦਰਸ਼ਕੋ, ਪਿਆਰੇ ਸਰੋਤਿਓ, ਜੇਕਰ ਤੁਸੀਂ ਆਪਣਾ ਕੋਈ ਵੀ ਸੁਨੇਹਾ ਦੇਣਾ ਚਾਹੁੰਦੇ ਆ, ਫੋਨ ਲਾਈਨਾਂ ਨੇ, ਔਰ ਆਪਣਾ ਜਿਹੜਾ YouTube ਤੇ ਜਾ ਕੇ ਜ਼ਰੂਰ ਸ਼ੇਅਰ ਕਰ ਦਿਓ। ਜੇ ਤੁਸੀਂ ਮਾਲੀ ਮਦਦ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਆਹ ਤਰੀਕਾ ਬਹੁਤ ਸੌਖਾ ਹੈ YouTube ਤੇ। ਇਹਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ। ਜੈ ਗੁਰਦੇਵ, ਜੈ